ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਵਿਨੇ ਰਾਣਾ ਤੇ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਇਸ ਵਾਰ ਅਸੀਂ ਸ਼ਾਮਲ ਕੀਤਾ ਹੈ ਜਿਹੜੀ ਅਡਾਨੀ ਦੇ ਸ਼ੇਅਰ ਮਾਰਕੀਟ ਦੇ ਵਿੱਚ ਜੋ ਕੰਪਨੀ ਦੀ ਸਥਿਤੀ ਹੈ ਔਰ ਜੋ ਹਿੰਡਨਬਰਗ ਦੀ ਰਿਪੋਰਟ ਦੇ ਵਿੱਚ ਜੋ ਆਰੋਪ ਲਗਾਏ ਗਏ ਸੀ ਉਹਨੂੰ ਲੈ ਕੇ ਜਿਹੜੀ ਜਨਹਿਤ ਯਾਚਿਕਾਵਾਂ ਜਿਹੜੀਆਂ ਦੋ ਦਾਇਰ ਹੋਈਆਂ ਸੀਗੀਆਂ ਸੁਪਰੀਮ ਕੋਰਟ ਦੇ ਵਿੱਚ ਉਹਦੇ 'ਚ ਅੱਜ ਸੁਣਵਾਈ ਹੋਣੀ ਹੈ ਤੇ ਉਸੇ ਮੁੱਦੇ ਨੂੰ ਅੱਜ ਅਸੀਂ ਸ਼ਾਮਲ ਕੀਤਾ ਤੇ ਮੇਰੇ ਨਾਲ ਅੱਜ ਫਿਰ ਮੇਰੇ ਸਾਥੀ ਨੇ ਤੇਜਿੰਦਰ ਸਿੰਘ ਅਟਵਾਲ ਇਸ ਮੁੱਦੇ ਤੇ ਚਰਚਾ ਕਰਨ ਲਈ। ਅਸੀਂ ਇਹ ਚਰਚਾ ਕਰਾਂਗੇ ਕਿ ਆਖਿਰ ਹਿੰਡਨਬਰਗ ਜਿਹੜੀ ਏਜੰਸੀ ਹੈਗੀ ਜਿਸ ਨੇ ਰਿਸਰਚ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਉਹਨੂੰ ਐਸੀ ਕੀ ਲੋੜ ਪਈ ਸੀ ਕਿ ਇਹ ਰਿਪੋਰਟ ਪੇਸ਼ ਕੀਤੀ ਗਈ ਔਰ ਅਚਾਨਕ ਇੱਕ ਉਹ ਕੰਪਨੀ ਜਿਹੜੀ ਟੌਪ ਤੇ ਤਕਰੀਬਨ ਚੱਲ ਰਹੀ ਹੋਵੇ ਤਾਂ ਉਹਨੂੰ ਇੱਕਦਮ ਝਟਕਾ ਲੱਗਾ, ਉਹਨੂੰ ਆਪਣੇ FPO ਵਾਪਸ ਲੈਣੇ ਪੈ ਗਏ। IPO ਉਹਦੇ ਚੱਲ ਰਹੇ ਆ, ਉਹ ਵੀ ਰੋਜ਼ਾਨਾ ਫਲੈਕਚੁਏਟ ਹੋ ਰਹੇ ਆ, ਅਪ ਜਾਂ ਡਾਊਨ ਹੋ ਰਹੇ ਆ। ਉਹਦੇ ਬਾਰੇ ਅਸੀਂ ਚਰਚਾ ਕਰਾਂਗੇ। ਹਾਂਜੀ ਤੇਜਿੰਦਰ ਜੀ, ਸਭ ਤੋਂ ਪਹਿਲਾਂ ਆਪਾਂ ਇਹ ਜ਼ਿਕਰ ਕਰੀਏ ਕਿ ਅਡਾਨੀ ਗਰੁੱਪ ਨੇ ਕਿਹਾ ਕਿ ਜਿਹੜੀ ਹਿੰਡਨਬਰਗ ਏਜੰਸੀ ਹੈਗੀ ਅਮਰੀਕਾ ਦੀ ਹੈ ਇਹ, ਹਾਂਜੀ, ਤੇ ਇਸ ਨੇ ਜਿੰਨੇ ਵੀ ਆਰੋਪ ਲਾਏ ਹੈ ਜੋ ਵੀ ਆਰੋਪ ਲਾਏ ਹੈ ਉਹਨਾਂ ਨੇ ਬਕਾਇਦਾ ਉਸ ਦੀ ਸਫਾਈ ਦਿੱਤੀ ਔਰ ਉਹਦੇ ਸਬੂਤ ਪੇਸ਼ ਕੀਤੇ। ਤੇ ਤੁਸੀਂ ਅੱਜ ਜਦੋਂ ਸੁਪਰੀਮ ਕੋਰਟ ਦੇ ਵਿੱਚ ਦੋ ਵਕੀਲ ਹੈਗੇ ਆ ਉਹਨਾਂ ਨੇ ਦੋ ਪਬਲਿਕ ਲਿਟੀਗੇਸ਼ਨ ਦਾਇਰ ਕੀਤੀਆਂ ਵਾ, ਉਹਦੇ ਤੇ ਸੁਣਵਾਈ ਹੈ ਬਸ ਕੁਝ ਹੀ ਦੇਰ 'ਚ ਹੋਣ ਵਾਲੀ ਹੋਣੀ ਹੈ। ਜਦੋਂ ਇੱਕ ਕੰਪਨੀ ਜਿਹੜੀ ਇੰਡੀਆ ਬੇਸਡ ਹੈ ਉਹ ਕੰਪਨੀ ਇਹ ਗੱਲ ਕਹਿ ਰਹੀ ਹੈ ਕਿ ਇੱਕ ਵਿਦੇਸ਼ੀ ਕੰਪਨੀ ਦੀ ਵਿਦੇਸ਼ੀ ਏਜੰਸੀ ਇੰਡੀਅਨ ਕੰਪਨੀ ਤੇ ਇੱਕ ਰਿਪੋਰਟ ਪੇਸ਼ ਕਰਦੀ ਹੈ ਤੇ ਇਹ ਇੱਕ ਸਾਜ਼ਿਸ਼ ਹੋ ਸਕਦੀ ਹੈ ਕਿ ਇੰਡੀਆ ਦੀ ਆਰਥਿਕ ਹਾਲਾਤ ਤੇ ਇੱਕ ਜਿਹਨੂੰ ਕਹਿੰਦੇ ਆ ਕਿ ਠੇਸ ਲਾਉਣ ਦੀ। ਜੀ ਇਸ ਗੱਲ ਤੇ ਆਪਾਂ ਚਰਚਾ ਕਰਦੇ ਹਾਂ ਕਿ ਇਹ ਗੱਲ ਸ਼ੁਰੂ ਹੁੰਦੀ ਹੈ 24 ਜਨਵਰੀ ਦੀ, ਜੀ ਜਿਸ ਦਿਨ ਇਹ ਤੂਫਾਨ ਆਇਆ ਸੀ ਔਰ ਉਸ ਤੂਫਾਨ ਦੇ ਬਾਅਦ $100 ਮਿਲੀਅਨ ਕਿੱਥੇ ਗਏ ਕਿਸੇ ਨੂੰ ਨਹੀਂ ਪਤਾ ਚੱਲਿਆ। ਤਾਂ ਬਹੁਤ ਬੜੀ ਤਬਾਹੀ ਸੀ। ਉਹ ਹਾਲੇ ਤੱਕ ਵੀ ਉਹਦੇ ਝਟਕੇ ਜਿਹੜੇ ਆਪਾਂ ਕਹਿ ਲਈਏ ਕਿ ਜੇ ਭੂਕੰਪ ਆਇਆ ਹੈਗਾ ਉਹਦੇ ਝਟਕੇ ਹਾਲੇ ਤੱਕ ਲੱਗ ਰਹੇ ਆ, ਉਹ ਝਟਕੇ ਲੱਗੀ ਜਾਂਦੇ ਆ। ਤਾਂ ਇਹਦੇ ਇੱਦਾਂ ਨਹੀਂ ਹੈਗਾ ਕਿ ਆਪਾਂ ਜੇ ਕਹੀਏ ਕਿ ਕੋਈ ਵੀ ਕੰਪਨੀ ਉੱਠ ਕੇ ਕੁਝ ਵੀ ਸਟੇਟਮੈਂਟ ਅੱਜ ਤੁਸੀਂ ਵੀ ਕੋਈ ਛੋਟੀ ਮੋਟੀ ਜਾਂ ਵੱਡੀ ਵੀ ਕਹਿ ਲਓ ਕਿਸੇ ਦੀ ਕੋਈ ਵਰਥਵਾਈਲ ਹੁੰਦੀ ਹੈਗੀ ਆ, ਅਗਰ ਉਹ ਕੋਈ ਸਟੇਟਮੈਂਟ ਦੇ ਰਿਹਾ ਹੈਗਾ, ਅਗਰ ਉਹਦੀ ਮਾਰਕੀਟ 'ਚ ਉਨੀ ਰੈਪੂਟੇਸ਼ਨ ਨਹੀਂ ਹੈਗੀ ਤਾਂ ਲੋਕ ਉਸ ਚੀਜ਼ ਨੂੰ ਇਗਨੋਰ ਕਰਦੇ ਆ, ਕੋਈ ਸੀਰੀਅਸ ਨਹੀਂ ਲੈਂਦਾ। ਬਟ ਜੇ ਉਸ ਕੰਪਨੀ ਨੇ ਕੋਈ ਇੱਕ ਸਟੇਟਮੈਂਟ ਜਾਰੀ ਕੀਤੀ ਆ ਉਹਦੇ ਬਾਅਦ ਅਡਾਨੀ ਕੰਪਨੀ ਦਾ 60% ਜਿਹੜਾ ਸੀ ਟੋਟਲ ਕਾਸਟ ਵੈਲਿਊਏਸ਼ਨ ਘਟ ਗਿਆ, ਈਵਨ ਉਹਨਾਂ ਦਾ ਆਪਣਾ ਪਰਸਨਲ ਜਿਹੜੀ ਵੈਲਥ ਸੀ ਉਹ ਵੀ ਘਟ ਗਈ। ਇੰਨਾ ਜ਼ਬਰਦਸਤ ਝਟਕਾ ਜੇ ਲੱਗਿਆ ਹੈਗਾ ਇਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਤਾਂ ਹੋਗੀ। ਹੁਣ ਵਜ੍ਹਾ ਇੱਦਾਂ ਵੀ ਹੈਗੀ ਕਿ ਇਸ ਤੋਂ ਪਹਿਲਾਂ ਹਿੰਡਨਬਰਗ ਇੱਦਾਂ ਦੀ ਕੰਪਨੀ ਹੈਗੀ, ਜੇ ਪਹਿਲੀ ਰਿਪੋਰਟ ਨਹੀਂ ਹੈ, ਇਸ ਤੋਂ ਪਹਿਲਾਂ ਵੀ ਹੁਣ ਕਈ ਕੰਪਨੀਆਂ ਦੇ ਇੱਦਾਂ ਦੇ ਡਾਟੇ ਕੱਢੇ ਹੈਗੇ ਆ ਔਰ ਉਹ ਝਟਕੇ ਦਿੰਦਾ ਹੀ ਰਿਹਾ। ਈਵਨ ਉਹਨਾਂ ਨੇ ਆਪਣੀ ਅਮਰੀਕਾ 'ਚ ਵੀ ਕਈ ਕੰਪਨੀਆਂ ਦੇ ਇੱਦਾਂ ਪਰਦੇਫਾਸ਼ ਕੀਤੇ ਆ, ਇੰਗਲੈਂਡ ਹੋ ਗਿਆ, ਹੋਰ ਵੀ ਕਈ ਕੰਟਰੀਜ਼ ਹੈਗੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਰਿਪੋਰਟਿੰਗ ਕੱਢੀ ਹੈ। ਤਾਂ ਇਹਨਾਂ ਦੀ ਰਿਪੋਰਟਿੰਗ ਇੰਨੀ ਸਟੀਕ ਹੁੰਦੀ ਹੈ ਕਿ ਲੋਕ ਇਹ 'ਤੇ ਟਰਸਟ ਕਰਦੇ ਔਰ ਰੀਜ਼ਨ ਇਹੀ ਆ ਕਿ ਇਸ ਜਦੋਂ ਰਿਪੋਰਟ ਆਈ ਹੈ ਇਹਨਾਂ ਦਾ ਟਰਸਟ ਲੋਕਾਂ 'ਚ ਇੰਨਾ ਜ਼ਿਆਦਾ ਸੀਗਾ ਕਿ ਜਿਸ ਕੰਪਨੀ ਦੇ ਉੱਤੇ ਕਹਿ ਦਿੰਦੇ ਕਿ ਇਹ ਕੰਪਨੀ ਲੋਕਾਂ ਨਾਲ ਧੋਖਾ ਕਰ ਰਹੀ ਜਾਂ ਫਰਾਡ ਹੈਗੀ ਆ ਜਾਂ ਓਵਰ ਪ੍ਰਾਈਸ ਹੋ ਗਈ ਹੈ, ਤੁਹਾਨੂੰ ਨੁਕਸਾਨ ਹੋ ਸਕਦਾ, ਤਾਂ ਲੋਕ ਉਸ ਚੀਜ਼ ਨੂੰ ਮੰਨਦੇ ਹੈਗੇ। ਇੰਸਟੀਟਿਊਸ਼ਨ ਇੱਕ ਆਪਣੀ ਇੱਕ ਬ੍ਰਾਂਡ ਵੈਲਿਊ ਹੈਗੀ। ਜਿੱਦਾਂ ਹੁਣ ਤੁਸੀਂ ਆਪਾਂ ਕਈ ਕੰਪਨੀਆਂ ਦੀ ਗੱਲ ਕਰਦੇ ਹਾਂ, ਸੋਨੀ ਹੋ ਗਿਆ, ਸੈਮਸੰਗ ਹੋ ਗਿਆ ਜਾਂ ਹੋਰ ਵੀ ਬ੍ਰਾਂਡ ਵਾਲੇ TV ਹੈਗੇ, ਤੁਸੀਂ ਬ੍ਰਾਂਡ ਵਾਲੇ ਸਮਾਨ ਕਿਉਂ ਲੈਂਦੇ? ਕਿਉਂਕਿ ਤੁਹਾਨੂੰ ਉੱਤੇ ਟਰਸਟ ਹੁੰਦਾ ਕਿ ਜਿਹੜਾ ਕੰਮ ਬਣਾ ਰਹੇ ਸਾਨੂੰ ਵਧੀਆ ਦੇਣਗੇ। ਐਪਲ ਦਾ ਫੋਨ ਹੈ ਜਾਂ ਸੈਮਸੰਗ ਆ, ਉਹਨਾਂ ਨੇ ਇੱਕ ਮਾਰਕੀਟ ਵੈਲਿਊ ਬਣਾਈ ਹੋਈ ਆ। ਜਦੋਂ ਵੀ ਉਹ ਪ੍ਰੋਡਕਟ ਲਾਂਚ ਕਰਦੇ ਉਹ ਲੋਕ ਉੱਤੇ ਟਰਸਟ ਕਰਦੇ ਆ। ਉਸੇ ਤਰ੍ਹਾਂ ਇਹਨਾਂ ਦੀ ਜਿਹੜੀ ਰਿਸਰਚ ਕੰਪਨੀ ਹੈਗੀ ਉਹ ਵੀ ਇੱਕ ਬਹੁਤ ਤਗੜੀ ਹੈਗੀ ਆ। ਇਹ ਛੋਟੇ ਮੋਟੇ ਰਿਸਰਚ ਨਹੀਂ ਕਰਦੇ, ਨਹੀਂ ਤਾਂ ਇੰਨਾ ਰਿਐਕਸ਼ਨ ਹੋਣਾ ਹੀ ਨਹੀਂ ਸੀਗਾ। ਕਈ ਵਾਰ ਤਾਂ ਇਹਨਾਂ ਦੇ ਜਿਹੜੇ ਸਟੇਟਮੈਂਟ ਦਿੰਦੇ ਹੈਗੇ ਆ 80 ਤੋਂ 90% ਉਹਨਾਂ ਦੇ ਸ਼ੇਅਰ ਕੰਪਨੀਆਂ ਦੇ ਡਿੱਗੇ ਹੈਗੇ ਆ। ਇਹ ਪੁਰਾਣੀ ਹਿਸਟਰੀ ਹੈਗੀ ਆ। ਅਗਰ ਕੋਈ ਵੀ ਤੁਸੀਂ ਇਹਨਾਂ ਦੀ ਸਰਚ ਕਰਨਾ ਸ਼ੁਰੂ ਹੋ ਗਏ, ਜਿਨ੍ਹਾਂ ਦੀ ਵੀ ਰਿਪੋਰਟ ਇਹਨਾਂ ਨੇ ਕੱਢੀ ਹੈ 80-90% ਸ਼ੇਅਰ ਉਹਨਾਂ ਦੇ ਖਤਮ ਹੋ ਗਏ। ਇਹ ਤਾਂ ਫਿਰ ਵੀ ਅਡਾਨੀ ਦਾ ਥੋੜ੍ਹਾ ਬਚਾਅ ਹੋ ਗਿਆ ਕਿ ਇਹ 50-60% 'ਤੇ ਆ ਕੇ ਰੁਕ ਗਿਆ, ਕਿਉਂਕਿ ਹਾਲੇ ਕਈ ਗੱਲਾਂ ਚੱਲ ਰਹੀਆਂ। ਜਿੰਨੀ ਛੇਤੀ ਆਪਣੀ ਕਲੈਰੀਫਿਕੇਸ਼ਨ ਜਾਂ ਇਹ ਡਾਊਟਸ ਜੋ ਲੋਕਾਂ ਦੇ ਹੈਗੇ ਉਹਨੂੰ ਕਲੀਅਰ ਕਰਨਗੇ ਤਾਂ ਇਹ ਰਿਕਵਰੀ ਕਰ ਸਕਦੇ। ਅਗਰ ਇਹ ਨਹੀਂ ਕਰਦੇ ਤਾਂ ਡੈਮੇਜ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਊਗਾ। ਤਾਂ ਇਹ ਚੀਜ਼ਾਂ ਅੱਜ ਇਸੇ ਮੁੱਦੇ 'ਤੇ ਆਪਣੀ ਸਾਰੀ ਗੱਲ ਦੀ ਚਰਚਾ ਹੋਣੀ ਹੈਗੀ ਹੈ। ਲੇਕਿਨ ਕਿਹਾ ਇਹ ਵੀ ਜਾ ਰਿਹਾ ਹੈ ਨਾ ਕਿ ਹਿੰਡਨਬਰਗ ਦੀ ਜਿਹੜੀ ਰਿਪੋਰਟ ਹੈ ਨਾ, ਹਿੰਡਨਬਰਗ ਸੈਬੀ ਨੂੰ ਜਿਹੜੀ ਇੰਡੀਅਨ ਨਿਆਮਕ ਹੈਗੀ ਹੈ ਸੈਬੀ, ਉਸ 'ਤੇ ਸਬੂਤ ਪੇਸ਼ ਕਰਨ ਦੇ ਵਿੱਚ ਇਹ ਨਾਕਾਮ ਹੋਈ ਹੈ ਇਹ ਏਜੰਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹ
ਸਬੂਤ ਨਹੀਂ ਪੇਸ਼ ਕਰ ਪਾਈ, ਔਰ ਸਬੂਤ ਜਦੋਂ ਨਹੀਂ ਪੇਸ਼ ਕਰ, ਜਿਹੜੀ ਸੈਬੀ ਜਿਹੜੀ ਆਲਰੇਡੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਇੱਕ ਟ੍ਰਿਬਿਊਨਲ ਹੈਗਾ ਉਹ ਦੇਖਦਾ ਹੈ, ਤੇ ਉਹ ਟ੍ਰਿਬਿਊਨਲ ਨੂੰ ਜਦੋਂ ਤੁਸੀਂ ਕੋਈ ਸਬੂਤ ਨਹੀਂ ਦਿਓਗੇ ਤੇ ਉਹ ਟ੍ਰਿਬਿਊਨਲ ਕਿੱਦਾਂ ਯਕੀਨ ਕਰ ਲਏਗਾ? ਕਿਉਂਕਿ ਦੇਖੋ ਜਦੋਂ ਇਹ ਰਿਪੋਰਟ ਪੇਸ਼ ਹੋਈ ਹੈ ਉਹਦੇ 'ਚ ਜਿਹੜੀ ਉਹਦੀ ਟਾਈਮਿੰਗ ਦੇਖੋ ਤੁਸੀਂ, ਕਿ ਜਦੋਂ ਬਜਟ ਸੈਸ਼ਨ ਸ਼ੁਰੂ ਹੋਇਆ, ਬਜਟ ਤੋਂ ਪਹਿਲਾਂ ਮੇਰੇ ਖਿਆਲ ਤੋਂ ਸ਼ਾਇਦ ਉਹਨਾਂ ਆਈਪੀਓ ਵੀ ਆਉਣ ਵਾਲਾ ਸੀ, ਉਸ ਤੋਂ ਪਹਿਲਾਂ ਹੀ ਇਹ ਰਿਪੋਰਟ ਆਈ ਹੈ। ਔਰ ਜਿੱਥੇ ਤੱਕ ਮੈਨੂੰ ਲੱਗਦਾ ਜੋ ਹਿਡਨਬਰਗ ਕਹਿਣਾ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਉਹ ਇਸ ਵੱਡੇ ਆਈਪੀਓ 'ਚ ਇਨਵੈਸਟ ਕਰਨ ਤੋਂ ਬਚਣ, ਤਾਂ ਉਹਨਾਂ ਨੇ ਇਹ ਰਿਪੋਰਟ ਇੱਕ ਪਹਿਲਾਂ ਕੱਢੀ ਹੈ ਕਿ ਲੋਕਾਂ ਦਾ ਇੰਨਾ ਪੈਸਾ ਉਹਦੇ 'ਚ ਲੱਗ ਜਾਏ ਔਰ ਉਹ ਪਤਾ ਚੱਲੇ ਕਿ ਉਹ ਮਾਰਕੀਟ 'ਚ ਐਕਚੁਅਲ 'ਚ ਉਹਨਾਂ ਦਾ ਪ੍ਰੋਡਕਟ ਦੀ ਇੰਨੀ ਵੈਲਿਊ ਨਹੀਂ ਜਿੰਨਾ ਉਹਨਾਂ ਨੇ ਦਿਖਾਵਾ ਸ਼ੁਰੂ ਕਰਤਾ ਹੈਗਾ। ਹੋ ਸਕਦਾ ਨੁਕਸਾਨ ਹੋ ਜਾਂਦਾ, ਉਹ ਤਾਂ ਬਾਅਦ ਦੀ ਗੱਲਾਂ, ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤਾਂ ਇਹ ਮੁੱਦੇ ਤਾਂ ਬਹੁਤ ਹਾਲੇ ਚੱਲਣੇ ਹੈਗੇ, ਇੰਨੀ ਛੇਤੀ ਇਹ ਖਤਮ ਹੋਣ ਵਾਲੇ ਨਹੀਂ ਹੈਗੇ। ਬਟ ਇਸੇ ਕਰਕੇ ਤਾਂ ਮੈਂ ਇਹ ਗੱਲ ਕਹਿ ਰਿਹਾ ਨਾ ਕਿ ਤੁਸੀਂ ਉਸ ਏਜੰਸੀ ਦੀ ਰਿਪੋਰਟ ਨੂੰ ਪੇਸ਼ ਕਰਨ ਦਾ ਟਾਈਮਿੰਗ ਦੇਖੋ। ਬਟ ਇੱਕ ਚੀਜ਼ ਮੈਂ ਇਹਦੇ ਨਾਲ ਤੁਹਾਡੇ ਨਾਲ, ਤੁਸੀਂ ਕਹਿ ਰਹੇ ਹੋ ਸਹੀ ਗੱਲ ਹੈ, ਬਟ ਜੋ ਗੱਲ ਸੇਬੀ ਨੂੰ ਉਹਦੇ ਅਗਲੇ ਦਿਨ ਜਾਂ ਕੁਝ ਦਿਨ ਦੇ ਬਾਅਦ ਆ ਕੇ ਪਲੇਟਫਾਰਮ ਤੇ, ਬੜੇ ਪਲੇਟਫਾਰਮ ਤੇ ਆ ਕੇ ਦੱਸਣੀ ਚਾਹੀਦੀ ਸੀ, ਉੱਦਾਂ ਦੀ ਉਹ ਗੱਲ ਕੀਤੀ ਨਹੀਂ, ਉਹ ਚੁੱਪਚਾਪ ਹੀ ਬੈਠੀ ਰਹੀ ਹੈ ਜਾਂ ਸਟੇਟਮੈਂਟਾਂ ਉਹਦੇ ਆਈਆਂ। ਬਟ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਕਿਸੇ ਬਾਹਰ ਦੀ ਕੰਪਨੀ ਨੇ ਕੋਈ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਿ ਇੰਨੇ ਹਜ਼ਾਰ ਦਾ ਜਾਂ ਬਹੁਤ ਬੜਾ ਫਰਾਡ ਹੈਗਾ, 85% ਓਵਰ ਵੈਲੂਏਸ਼ਨ ਹੈਗਾ, ਤਾਂ ਸੇਬੀ ਨੇ ਉੱਥੇ ਆ ਕੇ ਇੱਕ ਖੜੇ ਹੋ ਕੇ ਸਟੈਂਡ ਦੇਣਾ ਚਾਹੀਦਾ ਸੀ ਕਿ ਇਦਾਂ ਦੀ ਕੋਈ ਨਹੀਂ, ਅਸੀਂ ਪੂਰੀ ਨਜ਼ਰ ਰੱਖੀ ਹੋਈ ਹੈ, ਸਾਡੇ ਵੱਲੋਂ ਸਹੀ ਆ। ਉਹ ਇਦਾਂ ਦੀ ਖੁੱਲ ਕੇ ਵੀ ਉਹਨਾਂ ਨੇ ਜਵਾਬ ਨਹੀਂ ਦਿੱਤੇ, ਉਹਨਾਂ ਦੇ ਜਵਾਬ ਬੜੇ ਰੁਕ ਕੇ ਜਾਂ ਉਹਨੇ ਲੋਕਾਂ ਤੱਕ ਨਹੀਂ ਪਹੁੰਚੇ। ਤੁਸੀਂ ਇਹ ਦੇਖੋ ਨਾ ਫਾਸਟ ਕਿੰਨਾ ਹੋਇਆ ਨਾ, 24 ਜਨਵਰੀ ਨੂੰ ਰਿਪੋਰਟ ਆ ਗਈ ਹੈ, ਜਦਕਿ ਉਸੇ ਦੌਰਾਨ ਐਫਪੀਓ ਉਹਨਾਂ ਨੇ ਮਾਰਕੀਟ ਦੇ ਵਿੱਚ ਉਤਾਰਿਆ, ਠੀਕ ਹੈ, ਔਰ 5-6 ਦਿਨਾਂ ਦੇ ਵਿੱਚ ਵਾਪਸ ਵੀ ਲੈ ਲਿਆ। ਤੇ ਇੰਨੀ ਜਲਦੀ, ਯਾਨੀ ਇਹਦਾ ਮਤਲਬ ਕਿ ਹਿੰਡਨਬਰਗ ਜਿਹੜੀ ਹੈਗੀ ਏਜੰਸੀ ਉਹ ਪਹਿਲਾਂ ਹੀ ਇਹਦੇ ਤੇ ਕੰਮ ਕਰ ਰਹੀ ਸੀਗੀ। ਹਾਂ, ਇਹ ਇੱਕ ਦਿਨ ਦਾ ਤਾਂ ਕੰਮ ਹੈ ਹੀ ਨਹੀਂ ਜੀ, ਕਿਉਂਕਿ ਇਹਨਾਂ ਦੀ ਕੰਪਨੀ ਦੀ ਅਗਰ ਅਸੀਂ ਲਿਸਟ ਦਾ ਪੜ੍ਹਨਾ ਵੀ ਸ਼ੁਰੂ ਕਰੀਏ ਤਾਂ 5-10 ਮਿੰਟ ਤਾਂ ਸਾਨੂੰ ਇਹਨਾਂ ਦੀ ਕੰਪਨੀਆਂ ਦਾ ਨਾਂ ਲੈਂਦੇ ਲੱਗ ਜਾਂਦੇ ਕਿ ਉਹਨਾਂ ਨੇ ਕਿੰਨੀਆਂ ਕੰਪਨੀਆਂ ਖੋਲ ਕੇ ਰੱਖੀਆਂ, ਤਾਂ ਹਰ ਕੰਪਨੀ 'ਚ ਕਿੰਨੇ ਮੈਨੇਜਮੈਂਟ, ਕਿੰਨਾ ਸਿਸਟਮ ਹੈ। ਤੁਸੀਂ ਦੇਖੋ ਜੇ ਵਰਲਡ ਵਿੱਚ ਉਹ ਨੰਬਰ 2 ਤੇ ਪਹੁੰਚ ਚੁੱਕੀ ਆ, ਤਾਂ ਕੋਈ ਛੋਟੀ ਮੋਟੀ ਕੰਪਨੀ ਤਾਂ ਹੋਊਗੀ ਨਹੀਂ, ਗਰੁੱਪ ਆਫ ਕੰਪਨੀਜ਼ ਆ, ਉਹ ਇੰਨੀ ਬੜੀ ਗਰੁੱਪਸ ਆਫ ਕੰਪਨੀ ਹੈਗੀ ਆ। ਤਾਂ ਹਰ ਪਾਸੇ ਦੇਖੋ ਜੋ ਆਡਿਟ ਵਾਲੀ ਟੀਮ ਆਉਂਦੀ, ਉਹਨਾਂ ਦਾ ਕੰਮ ਹੀ ਇਹੀ ਹੁੰਦਾ ਕਿ ਉਹ ਛਾਨਬੀਨ ਕਰਨ, ਦੇਖਣ ਕਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਇਸ ਕੰਪਨੀ ਦੀ ਵਰਥ ਵੈਲਿਊ ਕਿੰਨੀ ਹੈਗੀ ਔਰ ਇਹਦੇ ਸ਼ੇਅਰ ਕਿੱਥੋਂ ਤੇ ਕਿੱਥੇ ਜਾ ਰਹੇ ਆ। ਅਗਰ ਉਹ ਕੰਪਨੀ ਹੀ 100 ਕਰੋੜ ਦੀ ਹੈ, ਉਹ 1000 ਕਰੋੜ ਤੇ ਪਹੁੰਚ ਜਾਵੇ, ਤਾਂ 1000 ਕਰੋੜ ਜੇ ਲੋਕੀ ਉਹ ਵੇਚਣਗੇ ਵੀ ਤਾਂ ਵੀ ਉਹ ਕੰਪਨੀ ਤੋਂ ਉਨਾ ਪੈਸਾ ਲੈ ਹੀ ਨਹੀਂ ਸਕਦੇ। ਕੰਪਨੀ ਵੇਚ ਕੇ ਜੇ ਤੁਹਾਨੂੰ ਕੀਮਤ ਹੀ 100 ਕਰੋੜ ਹੀ ਮਿਲਣੀ ਆ, ਤੁਸੀਂ ਉਹਦਾ 1000 ਕਰੋੜ ਰੁਪਏ ਕਿੱਦਾਂ ਲੈ ਲਾਂਗੇ? ਉਹ ਫਿਰ 1000 ਕਰੋੜ ਤਾਂ ਮਤਲਬ ਹਵਾ 'ਚ ਹੀ ਹੈ ਨਾ। ਲੋਕਾਂ ਦੇ ਉਹ ਪੈਸੇ ਫਸਣ ਵਾਲੇ ਕੰਮ ਹੈ, ਕਿਉਂਕਿ ਤੁਸੀਂ ਇੱਕ ਵਾਰ 1000 ਕਰੋੜ ਰੁਪਏ ਲੋਕਾਂ ਨੂੰ ਦੇਤੇ ਕਿ ਆਹ ਕੰਪਨੀ ਇੰਨੇ ਦੀ ਹੈਗੀ, ਬਟ ਜਦ ਕਿ ਪੇਪਰਾਂ 'ਚ ਜਿਹੜਾ ਡਾਕੂਮੈਂਟ ਜਦੋਂ ਤੁਸੀਂ ਉੱਥੇ ਖਰੀਦਣ ਜਾਓਗੇ ਉਹ ਕੰਪਨੀ ਤੁਹਾਨੂੰ ਸਿਰਫ 100 ਕਰੋੜ ਦੀ ਵੈਲਿਊ ਆ, ਉਹਦੀ ਮੈਕਸਿਮਮ ਵੈਲਿਊ ਵੀ ਜੇ ਡਬਲ ਵੀ ਕਰੋਗੇ ਤਾਂ 200, ਬਟ 1000 ਕਰੋੜ ਨਹੀਂ ਹੋ ਸਕਦੀ। ਉਹ 1000 ਕਰੋੜ ਜਿਹੜੇ ਲੋਕਾਂ ਦੇ ਪੈਸੇ ਉਹ ਕੌਣ ਖਰੀਦੂਗਾ, ਕੌਣ ਵੇਚੂਗਾ, ਕੌਣ ਰੱਖੂਗਾ? ਇਹ ਤਾਂ ਹੀ ਜਦੋਂ ਸ਼ੇਅਰ ਡੁੱਬਦੇ ਹੈਗੇ ਨਾ ਤਾਂ ਇਦਾਂ ਹੀ ਡੁੱਬਦੇ ਹੈਗੇ, ਔਰ ਜਿਨ੍ਹਾਂ ਨੇ ਪੈਸੇ ਬਣਾਉਣੇ ਉਹ ਪੈਸੇ ਬਣਾਉਂਦੇ। ਹੁਣ ਅਡਾਨੀ ਗਰੁੱਪ ਦਾ ਵੀ ਇੱਕ ਜਿਹੜਾ ਹਿਡਨਬਰਗ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਸ਼ਾਰਟ ਟ੍ਰੇਡਿੰਗ ਕੀਤੀ ਆ, ਆਪਣੇ ਬੈਨੀਫਿਟ ਲਈ ਕਰ ਲਿਆ ਹੈਗਾ, ਸਾਡੇ ਤੋਂ ਇਲਜ਼ਾਮ ਲਾਤਾ, ਤੋੜ ਦਿੱਤਾ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਹਿਡਨਬਰਗ ਨੇ ਅਡਾਨੀ ਗਰੁੱਪ 'ਚ ਕਿੰਨੀ ਇਨਵੈਸਟਮੈਂਟ ਕੀਤੀ ਸੀ, ਕਿੰਨਾ ਪੈਸਾ ਲਗਾਇਆ ਸੀ, ਉਹਨਾਂ ਨੇ ਕੀ ਪ੍ਰੋਫਿਟ ਕੀਤਾ। ਇਹ ਸਟੇਟਮੈਂਟ ਹਾਲੇ ਤੱਕ ਅਡਾਨੀ ਗਰੁੱਪ ਨੇ ਸ਼ੇਅਰ ਨਹੀਂ ਕੀਤੀ ਹੈ ਕਿ ਸਾਡੇ ਇੰਨਾ ਸ਼ੇਅਰ ਇਹਨਾਂ ਦੇ ਕੋਲ ਸੀ, ਇੰਨਾ ਇਹਨਾਂ ਨੇ। ਹੁਣ ਅਡਾਨੀ ਗਰੁੱਪ ਕਹਿ ਰਿਹਾ ਕਿ ਇਹਨਾਂ ਨੇ ਸ਼ਾਰਟ ਸੈਲਿੰਗ ਕਰਕੇ ਪ੍ਰੋਫਿਟ ਕੀਤਾ, ਤਾਂ ਡਾਟਾ ਵੀ ਸ਼ੇਅਰ ਕਰੇ ਨਾ ਲੋਕਾਂ ਵਿੱਚ, ਲੋਕਾਂ ਨੂੰ ਵੀ ਤਾਂ ਕੌਨਫੀਡੈਂਸ ਆਏ ਕਿ ਇਸ ਕੰਪਨੀ ਨੇ ਸਾਡੇ ਕੰਪਨੀ ਦਾ 40% 20% ਕਿੰਨਾ ਵੀ ਇੰਨੇ 1000 ਕਰੋੜ ਰੁਪਏ ਦਾ ਇਨਵੈਸਟਮੈਂਟ ਕੀਤੀ ਸੀ ਔਰ ਉਹ ਪੈਸਾ ਇਹਨਾਂ ਨੇ ਪ੍ਰੋਫਿਟ ਕਮਾ ਲਿਆ, ਉਹ ਸ਼ੇਅਰ ਕਰਨ। ਬਟ ਇਹ ਡਾਟਾ ਹਾਲੇ ਤੱਕ ਨਹੀਂ ਆਇਆ ਹੈਗਾ ਇੱਦਾਂ ਦਾ। ਤੁਸੀਂ ਦੇਖੋ 24 ਜਨਵਰੀ ਤੋਂ ਲੈ ਕੇ 3 ਫਰਵਰੀ ਤੱਕ ਸਿਰਫ, ਯਾਨੀ 24 ਜਨਵਰੀ ਤੁਸੀਂ ਲਾਓ ਤੇ 6 ਦਿਨ ਉਹ ਹੋ ਗਏ ਤੇ 3 ਫਰਵਰੀ, 9 ਦਿਨਾਂ ਦੇ ਵਿੱਚ ਸਾਰਾ ਜਿਹੜਾ ਢਾਹ ਭੰਨ ਜਿਹੜੀ ਹੈਗੀ, ਉਤਾਰ ਚੜਾਅ ਜਿਹੜੇ ਹੈਗੇ ਆ, ਉਹ ਆਪਾਂ ਦੇਖੀਏ ਕਿ 3 ਫਰਵਰੀ ਨੂੰ ਅਡਾਨੀ ਦਾ ਜਿਹੜਾ ਸ਼ੇਅਰ ਹੈ 1000 ਰੁਪਏ ਥੱਲੇ ਆ ਗਿਆ ਸੀਗਾ ਜਿਹੜਾ ਹੈਗਾ ਉਹ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀ ਏਜੰਸੀ ਕੋਈ ਹੈਗੀ ਰਿਪੋਰਟ ਪੇਸ਼ ਕਰਦੀ ਹੈ ਤੇ ਉਹਨੂੰ ਉਹਦੇ ਵਿੱਚ ਕੀ ਲਾਲਚ ਹੈ, ਕਿਉਂਕਿ ਅਡਾਨੀ ਦੀ ਜਿਹੜੀ ਅਡਾਨੀ ਗਰੁੱਪ ਆਫ ਕੰਪਨੀਜ਼ ਜਾਂ ਅਡਾਨੀ ਗਰੁੱਪ ਜਿਹੜੀ ਹੁਣ ਗੱਲ ਕਹਿ ਰਿਹਾ, ਅਡਾਨੀ ਗਰੁੱਪ ਇਹੀ ਗੱਲ ਕਹਿ ਰਿਹਾ ਹੈ ਕਿ ਇਹ ਜਿਹੜੀ ਰਿਪੋਰਟ ਹੈ ਨਾ, ਇੱਕ ਸਾਜ਼ਿਸ਼ ਦੇ ਤਹਿਤ ਭਾਰਤ ਦੀਆਂ ਆਰਥਿਕ ਗਤੀਵਿਧੀਆਂ ਤੇ ਇੱਕ ਉਹ ਹੈ ਚੋਟ ਹੈ। ਇਹ ਕੋਈ ਏਜੰਸੀ ਦੀ ਰਿਪੋਰਟ ਪੇਸ਼ ਕਰਨਾ ਹੀ ਸਿਰਫ ਮਕਸਦ ਨਹੀਂ ਸੀਗਾ, ਕਿਉਂਕਿ ਇੱਕ ਅਮਰੀਕੀ ਕੰਪਨੀ ਹੈ, ਸਭ ਤੋਂ ਵੱਡੀ ਗੱਲ ਹੈ ਕਿ ਅਮਰੀਕੀ ਏਜੰਸੀ ਹੈ। ਅੱਛਾ, ਹੁਣ ਜਦੋਂ ਇਹ ਸਭ ਕੁਝ ਹੋਇਆ ਤੇ ਅਡਾਨੀ ਕੰਪਨੀ ਨੇ ਵੀ ਇੱਕ ਜਿਹੜੀ ਅਮਰੀਕਾ ਦੀ ਟੌਪ ਕੰਪਨੀ ਹੈ ਵਾਚਟੈਲ, ਉਹਨੂੰ ਇਹਨਾਂ ਦਾ ਜਵਾਬ ਦੇਣ ਵਾਸਤੇ ਉਹਨੂੰ ਹਾਇਰ ਕੀਤਾ ਹੈ। ਹਾਂ ਦੇਖੋ ਜੀ, ਜ਼ਾਹਿਰ ਹੈ ਕਿ ਜਦੋਂ ਹਾਂਜੀ ਇਹ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ, ਕਿਉਂਕਿ ਇਹਨਾਂ ਨੇ ਮੇਰੇ ਨੂੰ ਲੱਗਦਾ ਥੋੜਾ ਜਿਹਾ ਡਿਸੀਜਨ ਲੇਟ ਲਿਆ ਹੈਗਾ। ਅੱਜ ਕਿੰਨੀ ਤਾਰੀਖ ਹੋ ਗਈ? 10 ਜੀ।
10 ਫਰਵਰੀ 24 ਤੋਂ ਮਤਲਬ 15 ਦਿਨ ਜੇ ਤੁਹਾਡਾ ਪਹਿਲੇ ਦਿਨ ਤੋਂ ਇੰਨੇ ਝਟਕੇ ਲੱਗ ਰਹੇ ਸੀ ਤਾਂ ਤੁਸੀਂ ਪਹਿਲੇ ਦੂਸਰੇ ਦਿਨ ਤੀਸਰੇ ਦਿਨ ਕਿਉਂ ਨਹੀਂ ਡਿਸੀਜਨ ਲਿਆ? ਕਿਉਂਕਿ ਤੁਹਾਡਾ ਦੇਖੋ ਸਾਰਾ ਬਿਜ਼ਨਸ ਅਮਰੀਕਾ ਵਿੱਚ ਚੱਲ ਰਿਹਾ ਹੈਗਾ, ਸਾਰਾ ਟਰਨਓਵਰ ਤੁਹਾਨੂੰ ਉਧਰੋਂ ਮੈਕਸਿਮਮ ਬੈਂਕਸ 6 ਟੌਪ ਦੀ ਬੈਂਕਾਂ ਨੇ ਇਹਨਾਂ ਨੂੰ ਲੋਨ ਦੇਣ ਤੋਂ ਅੱਗੇ ਇਹਨਾਂ ਦੇ ਜਿਹੜੇ ਹੈਗੇ ਆ ਐਫਡੀ ਦੇ ਉੱਤੇ ਜਿਹੜਾ ਦਿੰਦੇ ਹੈਗੇ ਉਹ ਮਨਾ ਕਰਤਾ ਹੈਗਾ। ਟੌਪ ਬੈਂਕਸ ਵਰਲਡ ਦੀ ਜਿਹੜੀ ਟੌਪ 6 ਬੈਂਕਾਂ ਹੈਗੇ ਉਹਨਾਂ ਨੇ ਰਿਜੈਕਟ ਕਰਤਾ ਹੈਗਾ ਕਿ ਅਸੀਂ ਤੁਹਾਨੂੰ ਅੱਗੇ ਫਰਦਰ ਕੋਈ ਲੋਨ ਨਹੀਂ ਦੇ ਸਕਦੇ। ਤਾਂ ਇਹਨਾਂ ਨੂੰ ਤਾਂ ਮੇਰੇ ਹਿਸਾਬ ਨਾਲ ਦੂਸਰੇ ਤੀਸਰੇ ਦਿਨ ਜਾਂ ਪੰਜਵੇਂ ਦਿਨ ਇਹ ਐਕਸ਼ਨ ਲੈ ਕੇ ਉਸੇ ਟਾਈਮ ਇਹਨਾਂ ਨੂੰ ਹਾਇਰ ਕਰਨਾ ਚਾਹੀਦਾ। ਉਹਦੇ ਵਾਸਤੇ ਇਹਨਾਂ ਨੇ 15 ਦਿਨ ਕਿਉਂ ਲਏ? ਇਹ ਤਾਂ ਇਹਨਾਂ ਦੀ ਮੈਨੇਜਮੈਂਟ ਢਿੱਲੀ ਹੈਗੀ ਜਾਂ ਕੀ ਡਿਸੀਜਨ ਲੈ ਰਹੇ ਹੈਗੇ ਆ, ਇਹ ਵੀ ਇੱਕ ਬੜਾ ਮੁੱਦਾ। ਕਿਉਂਕਿ ਜੇ ਹੁਣ ਵੀ ਲਿਆ ਹੈਗਾ ਚਲੋ ਠੀਕ ਹੈ, ਬਟ ਤੁਸੀਂ ਦੇਖੋ ਜੇ 15 ਦਿਨ ਇਹਨਾਂ ਨੇ ਲੈ ਲਿਆ ਤਾਂ 15 ਦਿਨ 'ਚ ਇਹਨਾਂ ਦਾ ਕਿੰਨਾ 60% 1000 ਕਰੋੜ ਕਿੰਨੇ ਵਰਥ ਸੀਗੀ, ਜਿਹੜੀ 100 ਦੇ ਉੱਤੇ ਸੀ ਉਹ 75 ਬਿਲੀਅਨ ਡਾਲਰ ਤੇ ਆ ਗਈ ਆ। ਤਾਂ ਇੰਨਾ ਨੁਕਸਾਨ ਇਹਨਾਂ ਨੇ ਬਰਦਾਸ਼ਤ ਕਰ ਲਿਆ ਹੈਗਾ। ਤਾਂ ਉਹ ਚੀਜ਼ ਥੋੜਾ ਜਿਹਾ ਪਹਿਲਾਂ ਕਰ ਲੈਂਦੇ ਤਾਂ ਮੇਰੇ ਹਿਸਾਬ ਨਾਲ ਕਾਫੀ ਰਿਕਵਰੀ ਇਹਨਾਂ ਦੀ ਐਕਸ਼ਨ ਲੈਂਦੇ ਤਾਂ ਕਾਫੀ ਕੁਝ ਇਹਨਾਂ ਨੂੰ ਫਰਕ ਪੈਣਾ ਵੀ ਸੀਗਾ। ਤਾਂ ਇਹਨਾਂ ਨੇ ਆਪਣੇ ਜੋ ਫਾਈਨੈਂਸ਼ੀਅਲ ਇੰਸਟੀਟਿਊਟ ਹੈਗੇ ਆ ਉੱਥੇ ਜਿਹੜੀ ਉੱਥੇ ਦੀ ਟੌਪ ਫਰਮ ਹੈਗੀ ਵਾਚਲੈਟ, ਉਹਦੇ ਨਾਲ ਟਾਈਪ ਕੀਤਾ। ਕਿਉਂਕਿ ਦੇਖੋ ਹਰ ਕੰਟਰੀ 'ਚ ਆਪਣੇ ਵੀ ਇੱਥੇ ਕੰਟਰੀ ਹੈਗੇ, ਇੱਥੇ ਵੀ ਕਈ ਲਾਇਰ ਹੈਗੇ ਆ ਜਿਹੜੇ ਕੰਮ ਕਰਦੇ, ਉੱਦਾਂ ਹੀ ਅਮਰੀਕਾ ਵਿੱਚ ਹੈਗੀ ਵਾਚਟੈਲ। ਤਾਂ ਉਹ ਸਭ ਨਾਲ ਟੌਪ ਤੇ ਹੈਗੀ ਜਿਹੜੀ ਇੱਦਾਂ ਦੇ ਓਪੋਜੀਸ਼ਨ ਕੇਸ ਬਹੁਤ ਸਟਰੋਂਗਲੀ ਡਿਫੈਂਡ ਕਰਦੀ ਹੈ। ਤਾਂ ਉਹ ਉਹਨਾਂ ਨੇ ਉਹਨੂੰ ਤਾਂ ਹੋਰ 4-5 ਹੈਗੇ ਜਿਹੜੇ ਟੌਪ ਲਾਇਰਸ ਹੈਗੇ ਉਹਨਾਂ ਨੂੰ ਹਾਇਰ ਕਰਕੇ ਇਸ ਕੇਸ ਦੇ ਉੱਤੇ ਉਹ ਮੇਨ ਗੱਲ ਕਰਨਾ ਚਾਹੁੰਦੇ ਅਡਾਨੀ ਗਰੁੱਪ ਕਿ ਜਿਹੜੇ ਸਾਡੇ ਇਨਵੈਸਟਰ ਹੈਗੇ ਉਹਨਾਂ ਨੂੰ ਭਰੋਸਾ ਦਿਲਾਇਆ ਜਾਏ ਕਿ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ, ਅਸੀਂ ਕੰਮ ਸਹੀ ਕਰ ਰਹੇ। ਹੁਣ ਇਹ ਜਦੋਂ ਉਹਨਾਂ ਦੀ ਤਕਰਾਰ ਉੱਥੇ ਕੋਰਟ ਵਿੱਚ ਚੱਲੂਗੀ ਜਾਂ ਜਸਟੀਫਿਕੇਸ਼ਨ ਹੋਊਗਾ, ਉਹਦੇ ਬਾਅਦ ਜੋ ਕੋਰਟ ਦਾ ਇੱਕ ਫੈਸਲਾ ਆਊਗਾ ਤਾਂ ਮੈਨੂੰ ਲੱਗਦਾ ਜੇ ਥੋੜਾ ਬਹੁਤ ਵੀ ਇਹਨਾਂ ਦਾ ਫੇਵਰ ਹੋਏ ਤਾਂ ਜੋ ਇਹਨਾਂ ਦੀ ਮਾਰਕੀਟ ਵੈਲਿਊ ਜਿੰਨੀ ਡਿੱਗੀ ਹੈ ਜ਼ਿਆਦਾ ਉੱਪਰ ਆਊਗੀ। ਔਰ ਅਗਰ ਇਹ ਆਪਣੇ ਆਪ ਨੂੰ ਪ੍ਰੂਵ ਨਹੀਂ ਕਰ ਪਾਉਂਦੇ ਆ ਤਾਂ ਜੋ ਬਚੀ ਹੋਈ ਆ ਉਹਦੇ ਅੰਦਰ ਫੇਰ ਤੁਹਾਨੂੰ ਡਾਊਨਫਾਲ ਦੇਖਣ ਨੂੰ ਮਿਲੇਗਾ। ਇਹੀ ਗੱਲ ਹੈ ਨਾ, ਜਦੋਂ ਇਹ ਕੇਸ ਤਾਜ਼ਾ ਹੋਇਆ ਸੀਗਾ ਤੇ ਜਿਸ ਦਿਨ ਅਸੀਂ ਉਸ ਦਿਨ ਮੁੱਦੇ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਸੀ, ਅੱਜ ਦੇ ਮੁੱਦੇ ਦੇ ਵਿੱਚ ਸ਼ਾਮਲ ਕੀਤਾ ਸੀਗਾ, ਤੇ ਮੇਰੇ ਕੋਲ ਉਸ ਵੇਲੇ ਮਾਹਰ ਆਏ ਸੀਗੇ ਜਿਨ੍ਹਾਂ ਨੂੰ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੇ ਉਹ ਪ੍ਰੈਜ਼ੀਡੈਂਟ ਵੀ ਰਹੇ ਨੇ ਤੇ ਹੁਣ ਉਹ ਸ਼ਾਇਦ ਜੁਆਇੰਟ ਸੈਕਟਰੀ ਨੇ। ਤੇ ਉਹ ਆਏ ਸੀਗੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੋ ਵੀ ਇਹ ਹੋਇਆ ਸਾਰਾ, ਕਿਉਂਕਿ ਇਹ ਨਾਲ ਹੀ ਸਾਰਾ ਕੁਝ ਵਾਚ ਆਊਟ ਕਰ ਲੈਂਦੇ, ਨਿਚੋੜ ਕੱਢ ਲੈਂਦੇ ਆ। ਉਹਨਾਂ ਨੇ ਕਿਹਾ ਸੀ ਇਹਦੇ ਵਿੱਚ ਕੁਝ ਵੀ ਤੁਸੀਂ ਦੇਖਿਓ ਨਹੀਂ ਨਿਕਲੇਗਾ, ਇਹਦੇ 'ਚ ਕੁਝ ਵੀ ਐਸਾ ਨਹੀਂ ਹੋਇਆ ਜਿਹਦੇ, ਕਿਉਂਕਿ ਜੇ ਤਾਂ ਕੰਪਨੀ ਅਡਾਨੀ, ਕਿਉਂਕਿ ਹੁਣ ਵੀ ਅਡਾਨੀ ਗਰੁੱਪ ਦੀ ਇਹੀ ਕੋਸ਼ਿਸ਼ ਹੈ ਕਿ ਸਾਡੇ ਜਿਹੜੇ ਨਿਵੇਸ਼ਕ ਹੈਗੇ ਨਾ ਉਹਨਾਂ 'ਤੇ ਇੱਕ ਭਰੋਸਾ ਬਣਿਆ ਰਹੇ ਕਿ ਕੰਪਨੀ ਫਰਾਡ ਨਹੀਂ ਹੈਗੀ ਔਰ ਕੰਪਨੀ ਪੈਸੇ ਡੁੱਬਣ ਨਹੀਂ ਦੇਗੀ ਸਾਡੀ। ਇਹ ਮਤਲਬ ਇਹ ਉਹਨਾਂ ਦਾ ਮੰਨਣਾ ਆ। ਤੇ ਇਹੀ ਉਹਨਾਂ ਨੇ ਵੀ ਕਿਹਾ ਸੀ ਉਸ ਦਿਨ ਜਿਹੜੇ ਆਏ ਸੀਗੇ, ਉਹਨਾਂ ਨੇ ਕਿਹਾ ਸੀ ਕੰਪਨੀ ਜੇਕਰ ਇਹ ਕਹਿੰਦੀ ਕਿ ਅਸੀਂ FPO ਵਾਪਸ ਲੈ ਰਹੇ ਹਾਂ ਔਰ ਪੈਸੇ ਮੋੜਨ ਦੀ ਅਸੀਂ ਹਾਲਤ 'ਚ ਨਹੀਂ ਹੈਗੇ, ਫਿਰ ਕਿਹਦਾ ਹੋ ਸਕਦਾ ਸੀ, ਫਿਰ ਇਹਨੂੰ ਫਰਾਡ ਮੰਨਿਆ ਜਾ ਸਕਦਾ ਸੀਗਾ। ਲੇਕਿਨ ਜੇ ਕੰਪਨੀ ਕਹਿੰਦੀ ਕਿ ਨਹੀਂ ਅਸੀਂ FPO ਵਾਪਸ ਲੈ ਰਹੇ ਹਾਂ ਔਰ ਤੁਹਾਨੂੰ ਅਸੀਂ ਪੈਸਾ ਜਿਹੜਾ ਆ ਉਹ ਮੋੜ ਦਾਂਗੇ, ਕਹਿੰਦੇ ਇਹਦੇ 'ਚ ਕੋਈ ਬੁਰਾਈ ਨਹੀਂ ਹੈ। ਔਰ ਹੁਣ ਵੀ ਕੰਪਨੀ ਜਿਹੜੀ ਹੈ ਉਹ ਇਹੀ ਕੋਸ਼ਿਸ਼ ਕਰ ਰਹੀ ਹੈ ਅਡਾਨੀ ਗਰੁੱਪ ਕਿ ਸਾਡੇ ਜਿਹੜੇ ਇਨਵੈਸਟਰਸ ਹੈਗੇ, ਜਿੰਨੇ ਸਾਡੇ ਨਿਵੇਸ਼ਕ ਹੈਗੇ ਆ, ਉਹਨਾਂ 'ਤੇ ਸਾਡਾ ਭਰੋਸਾ ਜਿਹੜਾ ਕੰਪਨੀ ਦਾ ਉਹ ਬਣਿਆ ਰਹੇ। ਹੁਣ ਇਹਦੇ ਵਿੱਚ ਇੱਕ ਸਵਾਲ ਆਉਂਦਾ ਹੈਗਾ, ਸਪੋਜ਼ ਕਰੋ ਤੁਹਾਡੇ ਕੋਲ ਅਡਾਨੀ ਕੰਪਨੀ ਦੇ ਕੁਝ ਸ਼ੇਅਰ ਹੈਗੇ ਆ, ਤੁਸੀਂ ਲੈ ਕੇ ਰੱਖਿਆ 5% 10%। ਹੁਣ ਜਦੋਂ ਇੱਦਾਂ ਦੀ ਰਿਪੋਰਟਸ ਆਉਂਦੀ ਹੈ ਤਾਂ ਜੇ ਤਾਂ ਤੁਸੀਂ ਉਸ ਜਿਹੜੀ ਰਿਪੋਰਟ ਆਈ ਉੱਤੇ ਟਰਸਟ ਕਰਦੇ ਤਾਂ ਤੁਸੀਂ ਵੇਚੋਗੇ। ਜੇ ਤੁਹਾਨੂੰ ਉਸ ਰਿਪੋਰਟ 'ਤੇ ਵਿਸ਼ਵਾਸ ਨਹੀਂ ਹੈ, ਤੁਹਾਨੂੰ ਕੌਨਫੀਡੈਂਸ ਹੈਗਾ ਕਿ ਮੈਂ ਕੰਪਨੀ ਦਾ ਮੈਨੂੰ ਪਤਾ ਹੈਗਾ ਕਿੱਦਾਂ ਕੰਮ ਕਰਦੀ ਹੈਗੀ ਆ, ਤਾਂ ਮੈਂ ਸ਼ੇਅਰ ਨਹੀਂ ਵੇਚੂੰਗਾ। ਬਟ ਜਦੋਂ ਉਹ ਰਿਪੋਰਟ ਆਈ ਆ, ਉਸ ਰਿਪੋਰਟ ਨੂੰ ਜਿਹੜੇ ਲੋਕੀ ਜੇ ਉੱਤੇ ਟਰਸਟ ਕਰਕੇ ਜਿਹੜੇ ਇਨਵੈਸਟਮੈਂਟ ਕਰਦੇ ਹੈਗੇ ਆ, ਉਹਨਾਂ ਦਾ ਬਿਲੀਫ ਇੰਨਾ ਜ਼ਿਆਦਾ ਹੈਗਾ ਕਿ ਉਹਨਾਂ ਨੇ ਉਸ ਚੀਜ਼ ਨੂੰ ਸੇਲ ਆਊਟ ਕਰਨਾ ਸ਼ੁਰੂ ਕਰਤਾ ਕਿ ਜਿੰਨਾ ਚਿਰ ਇਹਦੀ ਰਿਪੋਰਟ ਸਹੀ ਨਹੀਂ ਹੁੰਦੀ ਹੈ ਅਸੀਂ ਇਸ ਕੰਪਨੀ 'ਚ ਇਨਵੈਸਟਮੈਂਟ ਨਹੀਂ ਕਰਾਂਗੇ। ਇਸ ਕਰਕੇ ਜਦੋਂ ਵੀ ਇੰਸਟੀਟਿਊਸ਼ਨ ਇੱਦਾਂ ਦੀ ਕੋਈ ਬੜੀ ਸਟੇਟਮੈਂਟ ਦਿੰਦੀ ਆ ਤਾਂ ਉਹਦੇ ਇੱਕ ਫੈਨ ਫੋਲੋਇੰਗ ਜਾਂ ਉਹਨਾਂ ਦੇ ਜਿਹਨੂੰ ਦੇਖ ਕੇ ਲੋਕੀ ਇਨਵੈਸਟ ਕਰਦੇ ਆ। ਤੁਸੀਂ ਅੱਜ ਤੁਹਾਡੀ ਕੰਪਨੀ ਆ, ਤੁਸੀਂ ਇਸ ਚੀਜ਼ 'ਤੇ ਰਾਏ ਦਿੰਦੇ ਆ, ਮੈਂ ਤੁਹਾਡੀ ਰਾਏ ਨੂੰ ਫੋਲੋ ਕਰਦਾ। ਮੈਨੂੰ ਪਤਾ ਕਿ ਤੁਸੀਂ ਜਦੋਂ ਕੋਈ ਇੱਦਾਂ ਦਾ ਕੋਈ ਡਿਸੀਜਨ ਓਪੀਨੀਅਨ ਆਪਣਾ ਮੈਟਰ ਕੁਝ ਰੱਖਦੇ ਹੈਗੇ ਤਾਂ ਉਹਦੇ ਨਾਲ ਜੇ ਤੁਸੀਂ ਕਹੋਗੇ ਇਹ ਕੰਪਨੀ ਖਰਾਬ ਹੈਗੀ ਆ, ਤੁਸੀਂ ਮੈਨੂੰ ਟਿਪ ਦਿੱਤੀ ਆ ਕਿ ਇਹ ਕੰਪਨੀ ਨੁਕਸਾਨ ਹੋ ਸਕਦਾ, ਤਾਂ ਮੈਂ ਉਸ ਕੰਪਨੀ ਤੋਂ ਬਾਹਰ ਆ ਗਿਆ। ਕੁਝ ਟਾਈਮ ਬਾਅਦ ਅਗਰ ਉਹ ਨੁਕਸਾਨ ਹੁੰਦਾ ਤਾਂ ਅਸੀਂ ਕਹਾਂਗੇ ਕੰਪਨੀ ਦਾ ਡਿਸੀਜਨ ਸਹੀ ਸੀਗਾ। ਹੋਰ ਤੁਹਾਡੇ ਕੁਝ ਇੱਦਾਂ ਦੇ ਡਿਸੀਜਨ ਹੈ ਕਿ ਇਹ ਕੰਪਨੀ ਵਧੀਆ ਪਰਫਾਰਮ ਕਰੂਗੀ ਤਾਂ ਅਸੀਂ ਉਹ 'ਚ ਇਨਵੈਸਟ ਕੀਤਾ। ਤਾਂ ਇੱਦਾਂ ਦੇ ਬੰਦੇ ਉਸ ਕੰਪਨੀ ਨਾਲ ਜੁੜੇ ਹੁੰਦੇ ਆ। ਤਾਂ ਜਦੋਂ ਇੱਦਾਂ ਦੀ ਰਿਪੋਰਟਾਂ ਨਾਲ ਉਹਨਾਂ ਦੀ ਦੇਖੋ ਇੱਕ ਵਰਥਵਾਈਲ ਜਾਂ ਆਪਾਂ ਕਹਿ ਲਈਏ ਟਰਸਟ ਉਹਨਾਂ ਦੇ ਨਾਲ ਬਣਿਆ ਹੁੰਦਾ। ਹੁਣ ਜਦ ਉਸ ਕੰਪਨੀ ਨੇ ਇੱਕ ਸਟੇਟਮੈਂਟ ਦੇ ਦਿੱਤੀ ਹੈ ਕਿ ਇਹ ਸਾਨੂੰ ਅਸੀਂ ਇੱਥੇ ਟਰਸਟ ਨਹੀਂ ਕਰ ਸਕਦੇ ਕਿ ਜੋ ਇਹ ਕੰਮ ਕਰ ਰਹੀ ਹੈ ਹਵਾ ਦਾ ਗੁਬਾਰਾ ਹੈਗਾ, ਜਦੋਂ ਫਟੂਗਾ ਤੇ ਇਹ 'ਚ ਬਚਣਾ ਕੁਛ ਨਹੀਂ ਹੈ, ਕਿਸੇ ਨੂੰ ਕੁਛ ਨਹੀਂ ਮਿਲੂਗਾ। ਤੇ ਜਿਹੜੇ ਬੜੇ ਇਨਵੈਸਟਰ ਸੀ ਜਿਨ੍ਹਾਂ ਨੇ ਮਿਲੀਅਨਸ ਡਾਲਰਸ ਇਹ 'ਚ ਇਨਵੈਸਟ ਕੀਤਾ ਸੀ, ਉਹਨਾਂ ਨੇ ਫਿਲਹਾਲ ਦੇ ਟਾਈਮ ਇਹ ਤੋਂ ਹੱਥ ਕੱਢ ਕੇ ਆਪਣਾ ਜੋ ਪੈਸਾ ਸੀ ਉਹ ਕੱਢ ਲਿਆ ਹੈਗਾ। ਉਹ ਕਹਿੰਦੇ ਹਾਲੇ ਜਿੰਨਾ ਜੇ ਸਾਨੂੰ ਕਲੀਅਰ ਇੱਕ ਗ੍ਰੀਨ ਸਿਗਨਲ ਨਹੀਂ ਮਿਲਦਾ ਅਸੀਂ ਇਹ 'ਚ ਕੰਟੀਨਿਊ ਨਹੀਂ ਕਰਾਂਗੇ। ਪਰ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਅਕਸਰ ਹੀ ਇਦਾਂ ਹੁੰਦਾ ਹੈ ਨਾ, ਸ਼ੇਅਰ ਮਾਰਕੀਟ 'ਚ ਤਾਂ ਅਕਸਰ ਇਦਾਂ ਹੁੰਦਾ, ਉਤਾਰ ਚੜਾਅ। ਉਹ 'ਚ ਕਹਿੰਦੇ ਨੇ ਕਿ ਸ਼ੇਅਰ ਮਾਰਕੀਟ ਇੱਕ ਐਡਾ ਵੱਡਾ ਜੂਆ ਹੈ
ਕਿ ਜਿਹਦੇ 'ਚ ਤੁਸੀਂ ਹੋ ਸਕਦਾ ਹੈ ਕਿ ਰਾਤੋਂ ਰਾਤ ਲੱਖਾਂਪਤੀ ਬਣ ਜਾਓ, ਕਿਉਂਕਿ ਜਿਹੜੇ ਬੰਦੇ ਸ਼ੇਅਰ ਬਾਜ਼ਾਰ ਇੱਕ ਇੱਦਾਂ ਦੀ ਮਾਰਕੀਟ ਹੈ ਜਿਹਦੇ 'ਚ ਜਿਹਨੂੰ ਸਮਝ ਹੈ। ਮੈਂ ਇੱਕ ਸਾਡੇ ਸੀਏ ਹੁੰਦੇ ਸੀਗੇ, ਮੈਂ ਕਿਸੇ ਫਰਮ ਦੇ ਨਾਲ ਸੀ ਅਤੇ ਉੱਥੇ ਸਾਡੇ ਸੀਏ ਹੁੰਦੇ ਸੀ, ਉਹ ਸ਼ੇਅਰ ਬਾਜ਼ਾਰ ਦੇ ਵਿੱਚ ਇਨਵੈਸਟ ਕਰਦੇ ਹੁੰਦੇ ਸੀਗੇ। ਉਹ ਕਿਉਂਕਿ ਸੀਏ ਸੀ, ਆਲਰੇਡੀ ਸੀਏ ਸੀ ਉਹ, ਅਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਸਮਝ ਸੀਗੀ। ਤਾਂ ਮੈਂ ਜਿਹੜਾ ਦੇਖਿਆ ਉਸ ਦੌਰਾਨ, ਮੈਂ ਦੇਖਿਆ ਕਿ ਉਹ ਜਿਹੜੀ ਕੰਪਨੀ ਦੇ ਸ਼ੇਅਰ ਖਰੀਦਦੇ ਸੀ ਜਾਂ ਵੇਚਦੇ ਸੀਗੇ, ਉਹ ਟਾਈਮਿੰਗ ਇੰਨੀ ਸੈੱਟ ਸੀਗੀ ਕਿ ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਦਿਨਾਂ ਦੇ ਯਾਨੀ ਮਹੀਨਿਆਂ ਦੇ ਵਿੱਚ ਹੀ। ਨਹੀਂ, ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਹਾਂਜੀ, ਸ਼ੇਅਰ ਮਾਰਕੀਟ ਤੁਸੀਂ ਪੈਸਾ ਕਮਾ ਸਕਦੇ ਹੋ, ਸ਼ਾਰਟ ਟਰਮ ਸੈਲਿੰਗ ਹੁੰਦੀ ਆ। ਸਾਨੂੰ ਪਤਾ ਹੈ ਕਿ ਇੱਥੇ ਕੰਪਨੀ ਨੇ ਕੋਈ ਇਨਵੈਸਟਮੈਂਟ ਕਰਨੀ ਹੈ, ਇਹਦਾ ਸ਼ੇਅਰ ਵਧੂਗਾ, ਅਸੀਂ ਇਹਦਾ ਇੰਨਾ ਕਰੋੜ ਦਾ ਸ਼ੇਅਰ ਲੈ ਲਿਆ, ਸਾਨੂੰ ਪਤਾ ਜਦੋਂ ਇੱਕ ਵਾਰ ਵੱਧ ਗਿਆ ਤਾਂ ਇਹਦੇ ਬਾਅਦ ਇਹ ਕੁਝ ਟਾਈਮ ਬਾਅਦ ਸਟੇਬਲ ਰਹੂਗਾ, ਫਿਰ ਵਧੂਗਾ। ਤਾਂ ਅਸੀਂ ਉਹ ਸ਼ਾਰਟ ਟਰਮ 'ਚ ਪ੍ਰੋਫਿਟ ਲੋਕੀ ਕਮਾਉਣ ਦੀ ਬਹੁਤ ਕੋਸ਼ਿਸ਼ ਕਰਦੇ ਆ। ਥੋੜੇ ਟਾਈਮ 'ਚ ਉਹ ਜ਼ਿਆਦਾ ਪੈਸਾ ਕਮਾਉਣ ਵਾਲਾ ਕੰਮ ਹੁੰਦਾ, ਬਟ ਕੁਝ ਇਨਵੈਸਟਰ ਇੱਦਾਂ ਦੇ ਹੁੰਦੇ ਜਿਨ੍ਹਾਂ ਨੂੰ ਪਤਾ ਕਿ ਇਸ ਕੰਪਨੀ ਦੀ ਬੇਸ ਸਟਰੋਂਗ ਹੈਗੀ, ਜਿਹੜਾ ਇਹ ਕੰਮ ਕਰ ਰਹੀ ਹੈ ਉਹਦਾ ਇੱਕ ਪੋਰਟਫੋਲੀਓ ਹੁੰਦਾ ਕਿ ਇਹ ਇਨਵੈਸਟਮੈਂਟ ਇੱਥੇ ਕਰਨ ਵਾਲੀ ਆ, ਪ੍ਰੋਜੈਕਟਸ ਲਗਾਉਣ ਵਾਲੀ ਹੈ, ਇੰਨਾ ਪੈਸਾ ਲੱਗੂਗਾ, ਇਹ 'ਚ ਐਡਵੈਂਚਰ ਹੋ ਰਿਹਾ ਜਾਂ ਕੁਝ ਕਿੰਨੇ ਕੰਪਨੀਜ਼ ਆ ਰਹੀ ਹੈ। ਤਾਂ ਉਹਨਾਂ ਨੂੰ ਵਿਜ਼ਨ ਹੁੰਦਾ ਕਿ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਇਹ ਨਵਾਂ ਪ੍ਰੋਜੈਕਟ 5 ਸਾਲਾਂ 'ਚ ਸ਼ੁਰੂ ਹੋਊਗਾ, 5 ਸਾਲ ਬਾਅਦ ਜਿਹੜੇ ਇਹਨਾਂ ਦਾ ਪ੍ਰੋਫਿਟ ਸੀ ਇਹ ਫਿਰ ਵਧੂਗਾ। ਉਹ ਲੌਂਗ ਟਰਮ ਵਾਸਤੇ ਪੈਸਾ ਲਗਾਉਂਦੇ, ਉਹਨਾਂ ਦਾ ਪੈਸਾ ਡੁੱਬਣ ਦਾ ਪਤਾ ਤੁਹਾਨੂੰ ਐਗਜ਼ੈਕਟ। ਤੁਹਾਨੂੰ ਅਗਰ ਕੰਪਨੀ ਪੋਰਟਫੋਲੀਓ ਪੂਰਾ ਪਤਾ ਹੈਗਾ ਫਿਰ ਤੁਹਾਨੂੰ ਹੈਗਾ। ਜੇ ਤੁਹਾਨੂੰ ਪਤਾ ਹੀ ਨਹੀਂ ਹੈ ਇਹ ਕੰਪਨੀ ਇਨਫਰਾਸਟ੍ਰਕਚਰ ਕੀ ਕਰਦੀ ਹੈ, ਕਿੱਥੇ ਇਹਦੇ ਪ੍ਰੋਡਕਟਸ ਚੱਲ ਰਹੇ ਆ, ਤੁਸੀਂ ਪੈਸਾ ਲਗਾਓ, ਤੁਹਾਨੂੰ ਜਦ ਪਤਾ ਹੀ ਨਹੀਂ ਹੈਗਾ ਤਾਂ ਕੱਲ ਦੌੜ ਵੀ ਜਾਊਗੀ ਹਵਾ 'ਚ। ਤੁਹਾਨੂੰ ਇੱਕ ਸਟੇਟਮੈਂਟ ਦਿਖਾ ਦੇ ਜੀ ਸਾਡਾ ਪ੍ਰੋਜੈਕਟ ਇੱਥੇ ਆ। ਹੁਣ ਤੁਹਾਨੂੰ ਅਗਰ ਮੈਂ ਦੱਸਾਂ ਜਿਹੜੇ ਹੌਲੀਡੇ ਰਿਸੋਰਟਸ ਟਾਈਪ ਹੈਗੇ ਆ, ਮੈਂ ਸਾਊਥ ਵਿੱਚ ਵੀ ਰਹਿ ਚੁੱਕਿਆ, ਉੱਥੇ ਉਹਨਾਂ ਨੇ ਪ੍ਰੋਜੈਕਟਸ ਤੁਸੀਂ ਮੰਨੋਗੇ ਇੱਦਾਂ ਦੇ ਬਣਾ ਕੇ ਲੋਕਾਂ ਨੂੰ ਪੇਸ਼ ਕਰਦੇ ਸੀ ਜਿਹੜੀ ਚੀਜ਼ ਐਗਜ਼ਿਸਟ ਨਹੀਂ ਕਰਦੀ ਹੈ। ਔਰ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਹੈਗਾ, ਮੈਂ ਉਹਨਾਂ ਨਾਲ ਇੱਕ ਗਰੁੱਪ ਜੁਆਇਨ ਕੀਤਾ ਸੀਗਾ। ਉਹ ਕਹਿੰਦੇ ਸੀ ਆਹ ਰੇਤਾ ਹੈਗੀ ਤੁਸੀਂ ਵੇਚ ਕੇ ਆਉਣੀ ਆ। ਤੁਸੀਂ ਕਹੋਗੇ ਇਹ ਰੇਤਾ ਮੈਂ ਕਿੱਦਾਂ ਵੇਚੂੰਗਾ? ਉਹ ਕਹਿੰਦੇ ਜੀ ਇਹ ਰੇਤਾ ਬਹੁਤ ਪੁਰਾਣੀ ਹੈਗੀ ਹੈ, ਬਹੁਤ ਐਂਟੀਕ ਹੈਗੀ ਆ, ਤੁਹਾਨੂੰ ਮਿਲਣੀ ਨਹੀਂ ਹੈਗੀ। ਉਹ ਪ੍ਰੈਜੈਂਟੇਸ਼ਨ ਇੱਦਾਂ ਦੀ ਦੇਣੀ ਹੈਗੀ ਆ। ਸਾਡੇ ਜੀ ਉੱਥੇ ਰਿਸੋਰਟ ਹੈਗੇ ਆ, ਇੰਨੇ ਟਰੀਜ਼ ਲੱਗੇ ਆ, ਐਨਰਜੀ ਬਣ ਰਹੀ ਹੈ, ਵਿੰਡ ਐਨਰਜੀ ਹੈ। ਉਹ ਜਦ ਕਿ ਤੁਸੀਂ ਰੀਅਲ ਟਾਈਮ ਜਾ ਕੇ ਦੇਖੋਗੇ ਨਾ ਉੱਥੇ ਜਗ੍ਹਾ ਹੈਗੀ ਆ, ਨਾ ਕੋਈ ਪ੍ਰੋਜੈਕਟ ਹੈਗਾ। ਉਹਨਾਂ ਨੇ ਬਰੋਸ਼ਰ ਬਣਾ ਕੇ ਰੱਖੇ ਆ, ਲੋਕਾਂ ਨੂੰ ਦਿਖਾਈ ਜਾਂਦੇ ਆ, ਇਨਵੈਸਟਮੈਂਟ ਲੈ ਲੈਂਦੇ ਆ, ਥੋੜ੍ਹਾ ਜਿਹਾ ਰਿਟਰਨ ਦਿੰਦੇ ਆ, ਉਹ ਹੋਰ ਬੰਦੇ ਨੂੰ ਰეკਮੈਂਡ ਕਰਦੇ ਆ, ਉਹ ਚੇਨ ਸਿਸਟਮ ਸ਼ੁਰੂ ਹੋ ਜਾਂਦਾ। ਔਰ ਕੁਝ ਟਾਈਮ ਬਾਅਦ ਉਹ ਪਤਾ ਚੱਲਦਾ ਕੰਪਨੀ ਨੇ 100-200 ਕਰੋੜ ਇਕੱਠੇ ਕੀਤੇ ਤਾਂ ਕੰਪਨੀ ਗਾਇਬ। ਉਹ ਤੁਹਾਨੂੰ ਪਤਾ ਨਹੀਂ ਚੱਲਦੀ ਗਈ ਕਿੱਥੇ ਆ। ਉਹ ਇਮੇਜ ਇੱਦਾਂ ਦੀ ਬਣਦੀ ਹੈ ਕਿ ਹਰ ਬੰਦਾ ਉਸ ਦੀ ਗੱਲ ਕਰਦਾ, ਬਟ ਜਾ ਕੇ ਕੋਈ ਨਹੀਂ ਦੇਖਦਾ ਕਿ ਉੱਥੇ ਐਕਚੁਅਲ 'ਚ ਉਹ ਉਹਨੇ ਦੀ ਪ੍ਰੋਪਰਟੀ ਹੈਗੀ ਜਾਂ ਨਹੀਂ ਹੈਗੀ ਆ। ਅਤੇ ਇਸ ਕਰਕੇ ਜਿਹੜੀ ਇਹ ਰਿਪੋਰਟਾਂ ਬਣਦੀਆਂ ਹੈਗੀਆਂ ਇਹ ਵੀ ਇੱਦਾਂ ਦੀਆਂ ਹੈਗੀਆਂ ਕਿ ਜਿੰਨਾ ਚਿਰ ਤੁਸੀਂ ਵੈਰੀਫਾਈ ਜਾਂ ਉਹਨੂੰ ਆਪ ਨਹੀਂ ਦੇਖਦੇ, ਤੁਹਾਨੂੰ ਨਹੀਂ ਪਤਾ ਹੈ ਕਿ ਅਸੀਂ ਘਰ ਬੈਠੇ ਹਾਂ, ਸਾਨੂੰ ਕੀ ਪਤਾ ਅਗਲੀ ਕੰਪਨੀ ਕਿੱਦਾਂ ਚੱਲ ਰਹੀ, ਕੀ ਹੋ ਰਿਹਾ। ਕੋਈ ਰਿਪੋਰਟ ਜਦੋਂ ਜਨਰਲ ਮੀਟਿੰਗ ਹੁੰਦੀ ਹੈ ਇਹਨਾਂ ਦੀ ਐਨੂਅਲ ਮੀਟਿੰਗ, ਉਹ 'ਚ ਜਿਹਦਾ ਰਿਲਾਇੰਸ ਹੈ ਕਿ ਉਹ ਵੀ ਆਪਣੇ ਸ਼ੋਅ ਕਰਦੇ ਕਿ ਅਸੀਂ ਕਿਹੜੇ ਪ੍ਰੋਜੈਕਟਸ ਕਰ ਰਹੇ, ਸਾਡਾ ਪੈਸਾ ਕਿੱਥੇ ਆ ਰਿਹਾ, ਪ੍ਰੋਫਿਟ ਆ ਰਿਹਾ। ਅਤੇ ਇਹ ਕੌਨਫੀਡੈਂਸ ਆਪਣੇ ਕੰਜ਼ਿਊਮਰ ਵਿੱਚ ਦੇਣਾ ਹੀ ਪੈਂਦਾ। ਤਾਂ ਇਹ ਇਸ ਲਈ ਥੋੜ੍ਹਾ ਮਸਲਾ ਬਹੁਤ ਟਾਈਟ ਜਿਹਾ ਹੋਇਆ ਪਿਆ ਹੈਗਾ। ਤੁਸੀਂ ਇਹ ਦੇਖੋ ਨਾ ਕਿ ਜਿਸ ਨੂੰ ਲੈ ਕੇ ਬਹੁਤ ਰੌਲਾ ਪੈ ਰਿਹਾ LIC ਨੂੰ ਲੈ ਕੇ, ਜੀਵਨ ਬੀਮਾ ਨਿਗਮ ਜਿਹੜਾ ਭਾਰਤੀ ਗਵਰਨਮੈਂਟ ਸੈਕਟਰ ਦੀ ਇੰਸ਼ੋਰੈਂਸ ਕੰਪਨੀ ਹੈ, ਅਤੇ ਉਹ ਕਹਿੰਦੇ ਕਿ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਐਕਸਪੋਜ਼ਰ ਹੈਗਾ ਉਹ ਅਡਾਨੀ ਗਰੁੱਪ 'ਚੋਂ ਘਟਾਇਆ ਹੀ ਨਹੀਂ ਹੈਗਾ, ਕਿਉਂਕਿ ਸਾਨੂੰ ਪਤਾ ਕਿ ਸਾਡਾ ਪੈਸਾ, ਉਹ ਕਹਿੰਦੇ ਕਿ 36,000 ਕਰੋੜ ਸਾਡਾ ਨਿਵੇਸ਼ ਹੈਗਾ ਵਾ। ਅਤੇ ਫਿਲਹਾਲ 27 ਤਰੀਕ ਤੱਕ ਉਹਨਾਂ ਦਾ 56,142 ਕਰੋੜ ਜਿਹੜਾ ਹੈਗਾ ਉਹਦੀ ਵੈਲਿਊ ਸੀਗੀ। ਅਤੇ ਜਿਹੜੀ ਵੈਲਿਊ ਹੀ ਤਕਰੀਬਨ ਦੁੱਗਣੇ ਦੇ ਨੇੜੇ ਤੇੜੇ ਪਹੁੰਚੀ ਹੋਈ ਹੈ, ਦੁੱਗਣੇ ਦੇ ਨਹੀਂ ਵੀ ਪਹੁੰਚੀ ਤਾਂ ਪੌਣੇ ਦੇ ਨੇੜੇ ਤੇੜੇ ਪਹੁੰਚੀ ਹੋਈ ਹੈ। ਅਤੇ ਉਹ ਆਪਾਂ ਕਿੱਦਾਂ, ਉਹ ਕੰਪਨੀ ਕਿੱਦਾਂ ਕਹੋਗੀ ਕਿ ਹਾਂ ਵੀ ਜਿਸ ਕੰਪਨੀ 'ਚ ਅਸੀਂ ਨਿਵੇਸ਼ ਕੀਤਾ ਉਹ ਡੁੱਬ ਰਹੀ ਹੈ ਅਤੇ ਇਸ ਕਰਕੇ ਅਸੀਂ ਪੈਸਾ ਕੱਢ ਲਈਏ। ਦਰਅਸਲ ਗੱਲ ਇਹ ਹੈ ਕਿ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਰਿਪੋਰਟ ਜਿਸ ਟਾਈਮ 'ਤੇ ਨਹੀਂ, ਇਹਦੇ ਨਾਲ ਮੈਂ ਤੁਹਾਡੇ ਨਾਲ ਇੱਕ ਚੀਜ਼ ਹੋਰ ਗੱਲ ਐਡ ਆਨ ਕਰਨਾ ਚਾਹੂੰਗਾ ਕਿ ਜਦੋਂ ਹੁਣ LIC ਆ, ਹੁਣ ਇਹਨਾਂ ਨੇ ਕਿਹੜੇ ਪ੍ਰੋਜੈਕਟਸ ਵਿੱਚ ਪੈਸਾ ਲਾਇਆ, ਉਹ ਪ੍ਰੋਜੈਕਟਸ ਵਧੀਆ ਹੈਗੇ ਆ, ਰੀਅਲ ਵਿੱਚ ਹੈਗੇ, ਖੜੇ ਆ। ਦੇਖੋ ਜੀ ਜਿਹੜਾ ਪ੍ਰੋਜੈਕਟ ਚੱਲ ਰਿਹਾ, ਜਿੱਥੋਂ ਪਾਵਰ ਆ ਰਹੀ ਹੈ, ਐਨਰਜੀ ਆ ਰਹੀ ਹੈ, ਅਗਰ ਉਹ ਚੱਲ ਰਹੇ ਹੈਗੇ ਤਾਂ ਪਤਾ ਹੀ ਉੱਥੋਂ ਦੇ ਪ੍ਰੋਫਿਟ ਹੀ ਆਣਾ, ਉਹ ਡੁੱਬ ਨਹੀਂ ਸਕਦੇ। ਬਟ ਕੁਝ ਪ੍ਰੋਜੈਕਟਸ ਇੱਦਾਂ ਵੀ ਹੈਗਾ ਜਿੱਦਾਂ ਪੋਰਟ ਹੈਗੇ, ਉੱਥੇ ਜਹਾਜ਼ ਆ ਰਹੇ, ਨਹੀਂ ਆ ਰਹੇ, ਸ਼ਿਪਿੰਗ ਦਾ ਕੰਮ ਹੈਗਾ ਜਾਂ ਕੁਝ ਹੋਰ ਵੀ ਹੈ, ਆਪਾਂ ਨੂੰ ਚਲੋ ਇੰਨੀ ਜ਼ਿਆਦਾ ਨੌਲੇਜ ਨਹੀਂ, ਬਟ ਸਟਿਲ ਆਪਾਂ ਇੱਕ ਜਨਰਲ ਜੀ ਗੱਲ ਕਰ ਰਹੇ ਹਾਂ ਕਿ ਕੁਝ ਪ੍ਰੋਜੈਕਟ ਇੱਦਾਂ ਜਿੱਥੇ ਉਹਨਾਂ ਨੂੰ ਲੱਗਦਾ ਕਿ ਇਸ ਪੋਰਟ ਦੀ ਕੀਮਤ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਇਹਨਾਂ ਨੇ ਬਣਾ ਕੇ ਰੱਖੀ ਆ। ਇੱਦਾਂ ਨਹੀਂ ਕਿ ਸਾਰੇ ਸ਼ੇਅਰ ਅਡਾਨੀ ਦੇ ਡੁੱਬ ਗਏ ਆ, ਕਿਉਂਕਿ ਜੇ 40% ਬਚੇ ਹੋ ਤਾਂ ਕੁਛ ਨਾ ਕੁਛ ਤਾਂ ਉਹ ਕੰਮ ਕਰ ਹੀ ਰਿਹਾ, ਤਾਂ ਹੀ ਬਚੇ ਹੋਏ ਆ। ਔਰ ਗਰੋਥ ਵੀ ਆ ਰਹੀ ਹੈ, ਏਅਰਪੋਰਟਸ ਵੀ ਹੈਗੇ, ਉਹਦਾ ਰੈਵਨਿਊ ਵੀ ਉਹਨਾਂ ਨੂੰ ਆ ਰਿਹਾ ਹੈਗਾ। ਤਾਂ ਇਹ ਉਹ ਹਰ ਇੱਕ ਪਾਸੇ ਜਿੰਨਾ ਜੇ 'ਚ LIC ਨੇ ਪੈਸਾ ਲਾਇਆ ਸ਼ਾਇਦ ਉਹ ਹਾਲੇ ਬਚੇ ਹੋਏ ਆ ਕਰਕੇ ਤਾਂ ਉਹਨਾਂ ਦਾ ਪ੍ਰੋਫਿਟ ਹੈਗਾ ਇਹ। ਬਟ ਆਉਣ ਵਾਲੇ ਤੁਸੀਂ ਅਗਲੇ 3 ਮਹੀਨੇ ਬਾਅਦ ਜੇ ਉਹਨਾਂ ਦਾ ਪ੍ਰੋਫਿਟ ਆਪਾਂ ਕੁਝ ਟਾਈਮ ਬਾਅਦ ਸ਼ਾਇਦ ਮੌਕਾ ਮਿਲੂਗਾ ਤਾਂ ਫਿਰ ਜਦੋਂ ਗੱਲ ਕਰਾਂਗੇ ਤਾਂ ਪਤਾ ਲੱਗੂਗਾ ਕਿ ਉਹ ਪ੍ਰੋਫਿਟ ਐਕਚੁਅਲ 'ਚ ਉਨਾ ਰਹਿ ਗਿਆ ਜਾਂ ਉਸ ਤੋਂ ਵੀ ਘਟ ਗਿਆ ਹੈਗਾ। ਕਿਉਂਕਿ ਹਾਲੇ ਤਾਂ ਦਸੰਬਰ ਦੇ ਰਿਪੋਰਟ ਉਹਨਾਂ ਨੇ ਕੱਢੀ ਹੈ, ਸਾਰਾ ਕੁਝ ਵਧੀਆ ਹੀ ਚੱਲ ਰਿਹਾ। ਉਹਨਾਂ ਨੇ ਇੱਕ ਫਿਊਚਰ ਪ੍ਰੈਜੈਂਟੇਸ਼ਨ ਕੀਤੀ ਹੈ ਕਿ ਜੋ ਸਪੀਡ ਨਾਲ ਇਹ ਰੌਕਟ ਦੀ ਸਪੀਡ ਨਾਲ ਅਡਾਨੀ ਗਰੁੱਪ ਉੱਤੇ ਨੂੰ ਗਿਆ ਹੈਗਾ, ਇਹ ਜ਼ਿਆਦਾ ਉੱਪਰ ਜਾਊਗਾ ਨਹੀਂ, ਇਹਦੀ ਹਵਾ ਨਿਕਲਣੀ ਹੈਗੀ ਅਤੇ ਥੱਲੇ ਹੀ ਆਉਣਾ ਹੈਗਾ। ਅਤੇ ਇਸ ਕਰਕੇ ਉਹ ਖਤਰੇ ਦੀ ਘੰਟੀ ਵਜਾ ਰਹੇ ਆ
ਵਾਰਨ ਕਰ ਰਿਹਾ, ਤੁਹਾਡੀ ਮਰਜ਼ੀ ਆ, ਤੁਸੀਂ ਉਸ ਖਤਰੇ 'ਚ ਜਹਾਜ਼ 'ਚ ਬੈਠ ਕੇ ਅੱਗੇ ਫਲਾਈ ਕਰਨਾ ਹੈਗਾ ਜਾਂ ਨਹੀਂ ਕਰਨਾ ਹੈ। ਵੈਸੇ ਨਾਰਵੇ ਦੀ ਇੱਕ ਕੰਪਨੀ ਹੈਗੀ ਸੋਵਰਨ ਵੈਲਥ ਫੰਡ ਹੈ ਕੋਈ ਉੱਥੇ ਦੀ ਕੰਪਨੀ, ਉਹਨਾਂ ਨੇ 1.35 ਟ੍ਰਿਲੀਅਨ ਡਾਲਰਸ ਦੇ ਜਿਹੜੇ ਆਪਣੇ ਸ਼ੇਅਰ ਸੀਗੇ ਨਾ ਉਹ ਸੇਲ ਕਰ ਦਿੱਤੇ, 100% ਸੇਲ ਕਰ ਦਿੱਤੇ ਉਹਨਾਂ ਨੇ, ਇਹ ਜਿਹੜੇ ਗਰੁੱਪ ਅਡਾਨੀ ਗਰੁੱਪ ਦੇ ਵਿੱਚ। ਕਾਫੀ ਬੜੀ ਅਮਾਊਂਟ ਹੈਗੀ ਹੈ, ਬਹੁਤ ਵੱਡੀ ਅਮਾਊਂਟ ਦੇ, ਤਾਂ ਹੀ ਤਾਂ ਅਡਾਨੀ ਗਰੁੱਪ ਨੂੰ ਝਟਕਾ ਲੱਗਾ ਨਾ, ਕਿਉਂਕਿ ਜਦੋਂ ਇੰਨੀ ਵੱਡੀ ਵੱਡੀ ਕੰਪਨੀਆਂ ਨੇ ਆਪਣੇ ਸ਼ੇਅਰ ਜਿਹੜੇ ਹੈਗੇ ਆ ਉਹ ਮਾਰਕੀਟ 'ਚ ਸੇਲ ਕਰ ਦਿੱਤੇ। ਹਾਲਾਂਕਿ ਇਹਨਾਂ ਜਦੋਂ ਇਹਨਾਂ ਨੇ ਸ਼ੇਅਰ ਖਰੀਦੇ ਹੋਣੇ ਆ ਉਦੋਂ ਹੋ ਸਕਦਾ ਹੈ ਕਿ ਜਿਹੜੀ ਕੀਮਤ ਤੇ ਇਹਨਾਂ ਨੇ ਵੇਚੇ ਉਸ ਕੀਮਤ ਤੇ ਨਾ ਹੋਣ, ਉਹ ਹਾਂ ਨਹੀਂ ਹੋ ਸਕਦਾ, ਕਿਉਂਕਿ ਜਦੋਂ ਲਾਂਚ ਹੁੰਦਾ ਕੋਈ ਨਹੀਂ ਵੇਚਦਾ। ਦੇਖੋ ਜਦੋਂ ਲਾਂਚ ਹੁੰਦਾ ਤਾਂ ਉਸ ਲਈ ਤਾਂ 100 200 500 ਰੁਪਏ ਦਾ ਸ਼ੇਅਰ, ਬਟ ਅੱਜ ਦੀ ਡੇਟ ਵਿੱਚ ਉਹ 2-3 ਹਜ਼ਾਰ ਤਾਂ ਮੈਨੂੰ ਲੱਗਦਾ ਨਹੀਂ ਕਿ ਜਿਨ੍ਹਾਂ ਨੇ ਵੀ ਵੇਚਿਆ ਉਹਨਾਂ ਨੂੰ ਕੋਈ ਨੁਕਸਾਨ ਹੋਇਆ ਨਾ, ਉਹ ਪ੍ਰੋਫਿਟ ਕਮਾ ਕੇ ਆਪਣਾ ਸਾਈਡ ਹੋ ਗਏ ਆ। ਇਹ ਹੁਣ ਆਪਣਾ ਜਾਣਨ ਜਾਂ ਨਹੀਂ ਜਾਣਨ ਓਵਰ ਪ੍ਰਾਈਸ ਚੱਲ ਰਿਹਾ ਹੈਗਾ। ਤੇ ਇਹਦੇ ਨਾਲ ਜਿਹੜੀ ਸਭ ਨਾਲ ਬੜੀ ਖਬਰ ਆ ਰਹੀ ਸੀ GST ਹਿਮਾਚਲ ਵਿੱਚ ਜੋ ਇੱਕ ਰੇਡ ਪਾਈ ਗਈ ਸੀ, ਜਿਸ 'ਚ ਦੱਸ ਰਹੇ ਸੀ ਅਡਾਨੀ ਗਰੁੱਪ ਤੇ ਬਹੁਤ ਬੜੀ ਰੇਡ ਪਾਈ ਗਈ ਆ, ਉਹਨਾਂ ਵਿੱਚ ਕੁਝ ਘਪਲੇਬਾਜ਼ੀ, ਤਾਂ ਉਹ ਇੱਕ ਸਟੇਟਮੈਂਟ ਅੱਜ ਕਲੀਅਰ ਹੋਈ ਆ ਕਿ ਇਹ ਰੂਟੀਨ ਚੈਕਿੰਗ ਸੀ, ਇਹ ਕੋਈ ਰੇਡ ਨਹੀਂ ਸੀ। ਜੋ ਰੂਟੀਨ ਇੱਕ ਛਾਪੇ ਪੈਂਦੇ ਹੈਗੇ ਜੋ ਚੈਕਿੰਗ ਕਰਨ ਜਾਂਦੇ ਹੈਗੇ, ਤਾਂ ਉੱਧਰੋਂ ਦੀ ਵੀ ਉਹਨਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ ਕਿ ਹਿਮਾਚਲ 'ਚ ਇੱਦਾਂ ਦਾ ਕੋਈ ਨਹੀਂ ਹੈ, GST ਦਾ ਕੋਈ ਉਲੰਘਣ ਨਹੀਂ ਕੀਤਾ ਗਿਆ, ਛਾਪੇ 'ਚ ਇੱਦਾਂ ਦੀ ਕੋਈ ਅਣਗਹਿਲੀ ਉਹਨਾਂ ਨੂੰ ਨਜ਼ਰ ਨਹੀਂ ਆਈ ਕਿ ਇੱਥੇ ਕੁਝ ਗੜਬੜ ਹੈਗਾ, ਤਾਂ ਸਾਰਾ ਕੁਝ ਨਾਰਮਲ ਤਰੀਕੇ ਨਾਲ ਹੀ ਕੰਮ ਚੱਲ ਰਿਹਾ। ਤਾਂ ਇਸ ਕਰਕੇ ਇਹ ਖਬਰ ਸ਼ਾਇਦ ਅਡਾਨੀ ਗਰੁੱਪ ਲਈ ਵੀ ਪੋਜ਼ਿਟਿਵ ਖਬਰ, ਕਿਉਂਕਿ ਜਦੋਂ ਸ਼ੁਰੂ ਹੋਈ ਸੀ ਛਾਪੇ ਤਾਂ ਉਹ ਨੈਗੇਟਿਵ ਸੀ, ਬਟ ਹੁਣ ਜਦੋਂ ਖਤਮ ਹੋ ਗਿਆ ਉਹਦੇ ਬਾਅਦ ਜਿਹੜੀ ਸਟੇਟਮੈਂਟ ਆ ਰਹੀ ਹੈ ਮੈਨੂੰ ਲੱਗਦਾ ਉਹ ਥੋੜ੍ਹੇ ਜਿਹਾ ਇਹਨਾਂ ਨੂੰ ਪੋਜ਼ਿਟਿਵ ਵੀ ਦੇਊਗਾ। ਹੋਰ ਇਹਦੇ ਹੀ ਨਾਲ ਜੇ ਅੱਜ ਅਸੀਂ ਗੱਲ ਕਰੀਏ ਸ਼ੇਅਰ ਮਾਰਕੀਟ ਵਿੱਚ, ਇਹਨਾਂ ਦੇ 10 ਵਿੱਚੋਂ 6 ਸ਼ੇਅਰ ਟੌਪ 'ਤੇ ਚੱਲ ਰਹੇ ਸੀ, 3-4 ਸ਼ੇਅਰ ਸੀ ਜਿਹੜੇ ਥੋੜ੍ਹੇ ਜਿਹੇ ਡਾਊਨਫਾਲ ਚੱਲ ਰਹੇ ਸੀ। ਉਹਦੀ ਵੀ ਅਸੀਂ ਡਿਟੇਲ ਆਪਣੇ ਪ੍ਰੋਗਰਾਮ ਦੇ ਐਂਡ ਵਿੱਚ ਦੱਸਾਂਗੇ ਕਿੰਨਾ ਕਿੰਨਾ ਨੁਕਸਾਨ ਜਾਂ ਫਾਇਦਾ ਹੋਇਆ ਹੈ। ਅੱਛਾ, ਇੱਕ ਹੋਰ ਗੱਲ ਹੈ ਕਿ ਜਦੋਂ ਕੰਪਨੀ ਨੇ ਕਿਹਾ ਕਿ ਹਿੰਡਨਬਰਗ ਦੀ ਜਿਹੜੀ ਰਿਪੋਰਟ ਹੈਗੀ ਹੈ ਤਕਰੀਬਨ ਜਿਹੜਾ ਨਾ ਉਹ ਵਿਕਾਸ ਤੇ ਖਾਸ ਕਰ ਕੰਪਨੀ ਨੇ ਕਿਹਾ ਕਿ ਜਿਹੜੀ ਦੇਸ਼ ਦਾ ਵਿਕਾਸ ਹੈ ਨਾ ਉਹਦੇ ਤੇ ਹਮਲਾ, ਵਿਕਾਸ ਨੂੰ ਰੋਕਣ ਵਾਸਤੇ ਕੋਸ਼ਿਸ਼ ਕੀਤੀ। ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ, ਮੈਂ ਵੀ ਤੁਹਾਨੂੰ ਇਹ ਗੱਲ ਕਹੀ ਸੀਗੀ ਕਿ ਜਦੋਂ ਕੋਈ ਦੇਸ਼ ਤੇਜ਼ੀ ਨਾਲ ਤਰੱਕੀ ਕਰਦਾ, ਕਿਉਂਕਿ ਇਸ ਵੇਲੇ ਜਿਹੜੀ ਮੌਜੂਦਾ ਯੂਨੀਅਨ ਗਵਰਨਮੈਂਟ ਹੈਗੀ ਹੈ ਉਹਦੀ ਅਗਵਾਈ ਦੇ ਵਿੱਚ ਦੇਸ਼ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ। ਇਹ ਠੀਕ ਹੈ ਕਿ ਬਹੁਤ ਸਾਰੀ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਮਹਿੰਗਾਈ ਇੱਕ ਮੁੱਦਾ ਹੈਗਾ, ਹੋਰ ਕਈ ਤਰ੍ਹਾਂ ਦੇ ਮੁੱਦੇ ਹੈਗੇ ਆ, ਲੇਕਿਨ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਦੇਸ਼ ਹੈਗਾ ਸਾਡਾ, ਉਹ ਗਲੋਬਲ ਲੈਵਲ 'ਤੇ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਦੇਸ਼ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ। ਅਤੇ ਹੋ ਵੀ ਸਕਦਾ ਕਿ ਕਿਸੇ ਤਾਕਤ ਨੂੰ ਸਾਡੇ ਦੇਸ਼ ਦੀ ਤਰੱਕੀ ਤੋਂ ਤਕਲੀਫ ਹੋਵੇ, ਇਹ ਵੀ ਹੋ ਸਕਦਾ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਇੱਕ ਗੱਲ ਹੋਰ ਕਰਨਾ ਚਾਹੂੰਗਾ, ਜਦੋਂ ਆਪਾਂ ਤਰੱਕੀ ਦੀ ਗੱਲ ਕਰਦੇ ਤਾਂ ਉਹਦੇ 'ਚ ਸਿਰਫ ਜੇ ਇੱਕ ਬੰਦਾ ਹੀ ਤਰੱਕੀ ਕਰਕੇ ਰਾਕਟ ਤੇ ਪਹੁੰਚ ਗਿਆ ਤਾਂ ਬਾਕੀ ਹਲੇ ਬੱਸਾਂ 'ਚ ਹੀ ਘੁੰਮ ਰਹੇ ਹੈਗੇ, ਉਹ ਗੱਲ ਉਹਨਾਂ ਨੂੰ ਵੀ ਨਜ਼ਰ ਆਉਂਦੀ ਆ, ਤਾਂ ਹਰੇਕ ਪਾਸੇ ਚਰਚਾ ਵੀ ਹੁੰਦੀ ਆ। ਤਾਂ ਜਿਹੜੇ ਇਨਵੈਸਟਰ ਉਹਨਾਂ ਨੂੰ ਵੀ ਲੱਗਦਾ ਕਿ ਇੱਕ ਹੀ ਬੰਦਾ ਸਿਰਫ ਇਸ ਕੰਟਰੀ 'ਚ ਉੱਤੇ ਨੂੰ ਜਾ ਰਿਹਾ ਹੈਗਾ, ਬਾਕੀ ਸਾਰੇ ਤਾਂ ਕਾਰਾਂ ਹੋਰ ਬੱਸਾਂ 'ਚ ਹੀ ਚੱਲ ਰਹੇ, ਬੰਦਾ ਰਾਕਟ ਲੈ ਕੇ ਇੱਕਦਮ ਸਕਾਈ ਦੇ ਲੈਵਲ ਤੇ ਪਹੁੰਚ ਗਿਆ ਹੈਗਾ। ਤੇ ਇਹ ਸਾਡੇ ਵਾਸਤੇ ਦੇਖੋ, ਜਦੋਂ ਕੋਈ ਡਾਊਟ ਅਗਰ ਪੈਦਾ ਹੋ ਗਿਆ ਹੈਗਾ ਤਾਂ ਜਿਨ੍ਹਾਂ ਦੇ ਇੰਨੇ ਪੈਸੇ ਲਗਾਏ, ਉਹ ਜੇ ਤੁਸੀਂ ਉਹਨਾਂ ਨੂੰ ਖਤਰਾ ਥੋੜ੍ਹਾ ਵੀ ਦੱਸੋਗੇ ਉਹ ਤਾਂ ਹੱਥ ਖਿੱਚ ਕੇ ਪਰੇ ਹੋ ਜਾਣਾ। ਉਹਨਾਂ ਨੂੰ ਕਹਿੰਦੇ ਜਿੰਨੇ ਜਿਹੜਾ ਸਾਨੂੰ ਸਿਕਿਉਰ ਨਹੀਂ ਲੱਗਦਾ ਹੈਗਾ, ਅਸੀਂ ਇਹਦੇ ਵਿੱਚ ਇਨਵੈਸਟਮੈਂਟ ਕਰਕੇ ਰਹਿਣ ਦੇ ਕੋਈ ਜ਼ਿੰਮੇਵਾਰੀ ਨਹੀਂ ਲੈਣਾ ਚਾਹੋਗੇ। ਅਡਾਨੀ ਗਰੁੱਪ ਨੇ ਬਕਾਇਦਾ ਇਹ ਕਿਹਾ, ਮਤਲਬ ਅੱਗੇ ਹੋ ਕੇ ਇਹ ਗੱਲ ਕਹੀ ਹੈ ਕਿ ਅੱਧੇ ਅਧੂਰੇ ਜਿਹੜੇ ਤੱਥ ਹੈਗੇ ਨਾ ਰਿਪੋਰਟ ਦੇ ਵਿੱਚ ਹੈਗੇ ਆ, ਤੇ ਜ਼ਾਹਿਰ ਹੈ ਕਿ ਜੇ ਸੁਪਰੀਮ ਕੋਰਟ ਦੇ ਵਿੱਚ, ਹਾਲਾਂਕਿ ਉਹ ਜਿਹੜੀ ਪਬਲਿਕ ਲਿਟੀਗੇਸ਼ਨ ਜਾਰੀ ਹੋਈਆਂ ਉਹ ਤਾਂ ਦਾਇਰ ਹੋਈਆਂ ਵਾ, ਉਹ ਤਾਂ ਅਡਾਨੀ ਦੇ ਖਿਲਾਫ ਹੋਈਆਂ ਵਾ, ਲੇਕਿਨ ਜਦੋਂ ਕੋਰਟ ਨੇ ਸੁਣਵਾਈ ਕਰਨੀ ਹੈ, ਕੰਪਨੀ ਤੋਂ ਜਵਾਬ ਮੰਗਣਾ, ਜ਼ਾਹਿਰ ਹੈ ਕਿ ਜੇ ਕੰਪਨੀ ਅਜਿਹੇ ਕੋਈ ਸਬੂਤ ਪੇਸ਼ ਕਰ ਦਿੰਦੀ ਹੈ ਜਿਹਦੇ ਨਾਲ ਇਹ ਲੱਗਦਾ ਹੋਵੇ ਕਿ ਹਿੰਡਨਬਰਗ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਔਰ ਉਹਦੀ ਦੇਖੋ ਕਈ ਵਾਰੀ ਕੀ ਹੁੰਦਾ ਕਿ ਕੁਝ ਚੀਜ਼ਾਂ ਦੀ ਟਾਈਮਿੰਗ ਜਿਹੜੀ ਹੈ ਨਾ, ਉਹ ਏਜੰਸੀਆਂ ਜਦੋਂ ਕਿਸੇ ਤੇ ਸਰਚ ਕਰਦੀ ਹੈ, ਮਤਲਬ ਜਿਹੜਾ ਉਹ ਜਾਂਚ ਹੁੰਦੀ, ਕਿਸੇ ਚੀਜ਼ ਦੀ ਜਾਂਚ ਹੁੰਦੀ ਹੈ, ਜਿੱਦਾਂ ਲਿਟੀਗੇਸ਼ਨ ਦੇ ਵਿੱਚ ਜਿਹੜੀ ਹੈਗੀ ਆ ਉਹ ਅਦਾਲਤੀ ਨਿਗਰਾਨੀ 'ਚ ਜਾਂਚ ਦੀ ਮੰਗ ਕੀਤੀ ਗਈ ਹੈ। ਜਿਹੜੀ ਲਿਟੀਗੇਸ਼ਨ ਜਾਰੀ ਹੋਈ ਹੈ ਨਾ, ਦੋਨੋਂ ਐਡਵੋਕੇਟ ਨੇ ਜਿਨ੍ਹਾਂ ਨੇ ਜਾਰੀ ਕੀਤੀ ਹੈ, ਜਿਨ੍ਹਾਂ ਨੇ ਦਾਇਰ ਕੀਤੀ ਹੈ, ਤੇ ਉਹ ਕਹਿੰਦੇ ਕਿ ਅਦਾਲਤੀ, ਯਾਨੀ ਪਹਿਲਾਂ JPC ਦੀ ਮੰਗ ਹੋ ਰਹੀ ਸੀਗੀ, ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀ ਹੋ ਰਹੀ ਸੀਗੀ, ਲੇਕਿਨ ਉਸ ਤੋਂ ਬਾਅਦ ਹੁਣ ਜਦੋਂ ਦੇਖਿਆ ਕਿ ਉਹ ਨਹੀਂ ਸਰਕਾਰ ਨੇ ਕੀਤੀ, ਤੇ ਹੁਣ ਉਹਨਾਂ ਨੇ ਕੋਰਟ ਦੇ ਵਿੱਚ ਇਹ ਲਿਟੀਗੇਸ਼ਨ ਜਾਰੀ ਕਰਕੇ, ਪਬਲਿਕ ਲਿਟੀਗੇਸ਼ਨ ਜਾਰੀ ਕਰਕੇ, ਜਾਨੀ ਯਾਚਕਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਦਾਇਰ ਕਰਕੇ ਇਹ ਮੰਗ ਕੀਤੀ ਹੈ ਕਿ ਕੋਈ ਐਸੀ ਜਾਂਚ ਬਿਠਾਈ ਜਾਵੇ ਜਿਹਦੀ ਨਿਗਰਾਨੀ ਕੋਰਟ ਕਰੇ, ਔਰ ਬਕਾਇਦਾ ਜਿਹੜੇ ਚੀਫ ਜਸਟਿਸ ਹੈਗੇ ਆ, ਚੀਫ ਜਸਟਿਸ ਆਫ ਇੰਡੀਆ ਹੈਗੇ ਆ DY ਚੰਦਰਚੂੜ, ਉਹਨਾਂ ਤੋਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੀ ਬੈਂਚ ਹੀ ਇੱਥੇ ਸੁਣਵਾਈ ਕਰੇ। ਠੀਕ ਹੈ, ਠੀਕ ਜੀ। ਇਹਦੇ ਨਾਲ ਆਪਾਂ ਇੱਕ ਗੱਲ ਹੋਰ ਕਰਨਾ ਚਾਹਾਂਗੇ ਕਿ ਹਿੰਡਨਬਰਗ ਨੇ ਕੋਈ 60-70 ਸਵਾਲ
ਅਡਾਨੀ ਗਰੁੱਪ ਨਾਲ ਕੀਤੇ ਸੀ, ਜੇ ਚ ਉਹਨਾਂ ਨੇ ਇਹਨਾਂ ਨੂੰ ਸਵਾਲ ਕੀਤੇ ਸੀ ਕਿ ਇਹ ਸਾਨੂੰ ਇਹ 'ਤੇ ਸ਼ੱਕ ਹੈਗਾ। ਉਹਦੇ ਜਵਾਬ ਵਿੱਚ 413 ਪੰਨੇ ਦਾ ਅਡਾਨੀ ਗਰੁੱਪ ਨੇ ਜਵਾਬ ਦਿੱਤਾ ਸੀਗਾ ਕਿ ਸਾਡੇ ਆਹ ਜਵਾਬ ਹੈਗੇ। ਉਹ 'ਚ ਕੁਝ ਸਵਾਲਾਂ ਦੇ ਜਵਾਬ ਉਹਨਾਂ ਨੇ ਨਹੀਂ ਦਿੱਤੇ। ਉਹ ਕਹਿੰਦੇ ਉਹ ਸਾਡੇ ਆਲਰੇਡੀ ਜਿਹੜੇ ਬ੍ਰੋਸ਼ਰ ਹੈ ਤੁਹਾਨੂੰ ਉਹ 'ਚ ਵੀ ਮਿਲ ਜਾਣਗੇ। ਬਟ ਹਿਡਨਬਰਗ ਦਾ ਉਹਦੇ ਬਾਅਦ ਫੇਰ ਦੁਬਾਰਾ ਜਵਾਬ ਆਇਆ, ਕਹਿੰਦੇ ਜੋ ਤੁਸੀਂ ਜਵਾਬ ਸਾਨੂੰ ਦਿੱਤੇ ਅਸੀਂ ਤੁਹਾਡੇ ਉਹਦੇ ਜਵਾਬਾਂ ਨਾਲ ਸੈਟੀਸਫਾਈਡ ਨਹੀਂ ਹੁੰਦੇ, ਨਾਲ ਸਾਨੂੰ ਇਕਰਾਰ ਨਹੀਂ ਕਰਦੇ ਕਿ ਜੋ ਤੁਸੀਂ ਕਰਦੇ ਪਏ ਆ, ਜੋ ਤੁਹਾਡੇ ਜਵਾਬ ਤੁਸੀਂ ਸਾਨੂੰ ਸਬਮਿਟ ਕੀਤੇ ਆ ਅਸੀਂ ਉਹਦੇ ਨਾਲ ਟੋਟਲੀ ਐਗਰੀ ਨਹੀਂ ਕਰਦੇ। ਇਸ ਕਰਕੇ ਅਗਰ ਜਵਾਬ ਉਹ ਐਗਰੀ ਕਰ ਲੈਂਦੇ ਤਾਂ ਇਹ ਮਾਰਕੀਟ ਥੱਲੇ ਨਹੀਂ ਜਾਣੀ ਸੀ। ਉਹ ਐਗਰੀ ਕੀਤੇ ਨਹੀਂ, ਸੈਟੀਸਫਾਈਡ ਨਹੀਂ ਹੋਏ ਇਹਨਾਂ ਦੇ ਜਵਾਬਾਂ ਨਾਲ, ਤਾਂ ਮਾਰਕੀਟ ਧੜਾ ਧੜ ਨੀਚੇ ਹੀ ਆਈ ਹੈਗੀ। ਮੈਂ ਉਦੋਂ ਜਦੋਂ ਪਹਿਲੀ ਵਾਰੀ ਅਸੀਂ ਮੁੱਦੇ ਦੇ ਵਿੱਚ ਇਹ ਮਾਮਲਾ ਸ਼ਾਮਲ ਕੀਤਾ ਉਦੋਂ ਵੀ ਮੈਂ ਇਹੀ ਗੱਲ ਕਹੀ ਸੀ, ਕਿਉਂਕਿ ਇਹ ਆંકੜਿਆਂ ਦੀ ਗੇਮ ਹੈ ਸਾਰੀ। ਇਹ ਆંકੜਿਆਂ ਦੀ ਗੇਮ ਹੈ ਔਰ ਆંકੜਿਆਂ 'ਤੇ ਹੀ ਚਰਚਾ, ਔਰ ਖਾਸ ਕਰ ਜਿਹੜੇ ਆંકੜਿਆਂ ਨਾਲ ਜੁੜੇ ਲੋਕ ਹੈਗੇ ਆ, CAs ਹੈਗੇ ਆ, ਇਨਕਮ ਟੈਕਸ ਦੇ ਵਕੀਲ ਹੈਗੇ, ਹੋਰ ਇਹ ਲੋਕ ਇਸ 'ਤੇ ਜ਼ਿਆਦਾ ਬੈਟਰ ਜਿਹੜੀ ਹੈ। ਜ਼ਾਹਿਰ ਹੈ ਕਿ ਜੇ ਅਡਾਨੀ ਵਰਗਾ ਗਰੁੱਪ ਜਿਹੜਾ ਦੂਜੇ ਨੰਬਰ ਤੇ ਆ ਗਿਆ ਸੀਗਾ, ਤੇ ਉਹਨਾਂ ਦੇ CA ਜਿਹੜੇ ਆ ਉਹ ਕਿੰਨੇ ਇੰਟੈਲੀਜੈਂਟ ਹੋਣਗੇ। ਇਹ ਤਾਂ ਹੋ ਨਹੀਂ ਸਕਦਾ ਨਾ ਕਿ ਕੰਪਨੀ ਨੇ ਕੁਝ ਮਾਰਕੀਟ ਦੇ ਵਿੱਚ ਲੈ ਕੇ ਆਉਂਦਾ ਤੇ CAs ਨੇ ਉਹਨਾਂ 'ਤੇ ਕੋਈ ਕੰਮ ਨਹੀਂ ਕੀਤਾ ਹੋਣਾ, ਕੋਈ ਮਤਲਬ ਕੁਝ ਜਿਹੜੀ ਰਿਸਰਚ ਨਹੀਂ ਕੀਤੀ ਹੋਣੀ। ਉਹ ਸਾਰਾ ਕੁਝ ਦੇਖਣ ਦੇ ਬਾਅਦ ਹੀ ਆਇਆ ਹੋਣਾ ਨਾ। ਜੇਕਰ ਏਜੰਸੀ ਕੋਈ ਉਹਦੇ 'ਤੇ ਰਿਪੋਰਟ ਪਾਉਂਦੀ ਹੈ ਤੇ ਰਿਪੋਰਟ ਜ਼ਾਹਿਰ ਹੈ ਕਿ ਉਹਨਾਂ CAs ਨੂੰ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਉਹਨਾਂ ਦੇ CA ਹੈਗੇ ਆ ਉਹ ਇਸ ਕਾਬਲ ਨਹੀਂ ਸੀਗੇ ਕਿ ਉਹਨਾਂ ਨੇ ਆਪਣੀ ਕੰਪਨੀ ਨੂੰ ਜਿਹੜੇ FPO ਜਦੋਂ ਜਾਰੀ ਕੀਤੇ ਉਹਦੇ 'ਚ ਕੀ ਹੋਣਾ ਚਾਹੀਦਾ ਉਹ ਪੂਰੀ ਤਰ੍ਹਾਂ ਦੱਸਿਆ ਹੋਵੇ। ਦੇਖੋ ਜੀ, ਹਿਡਨਬਰਗ ਨੇ ਅਡਾਨੀ ਗਰੁੱਪ ਤੇ 5 ਵੱਡੇ ਆਰੋਪ ਲਗਾਏ। ਉਹ 'ਚ ਸਾਰਿਆਂ ਨਾਲ ਪਹਿਲਾ ਆਰੋਪ ਸੀਗਾ ਕਿ ਇਹਨਾਂ ਨੇ ਸ਼ੇਅਰ ਦੀ ਕੀਮਤਾਂ ਮੈਨੀਪੂਲੇਟ ਕੀਤੀਆਂ ਹੈਗੀਆਂ। ਤਾਂ ਇਹ ਬਹੁਤ ਬੜਾ ਇਲਜ਼ਾਮ ਹੈ ਕਿ ਸ਼ੇਅਰ ਦੀ ਕੀਮਤਾਂ ਮੈਨੀਪੂਲੇਟ ਕਰਕੇ ਉਹ ਸ਼ੇਅਰ ਦੀ ਕੀਮਤ ਇੰਨੀ ਜ਼ਿਆਦਾ ਲੈ ਗਏ ਆ ਜਿੰਨੇ ਦਾ ਉਹ ਸ਼ੇਅਰ ਨਹੀਂ ਹੈਗਾ। ਜੇ ਆਪਾਂ ਕਹੀਏ ਕਿ ਇਹ ਚੀਜ਼ 100 ਰੁਪਏ ਦੀ ਹੈਗੀ, ਉਹ 1000 ਰੁਪਏ ਤੇ ਚੱਲ ਜਾਏ, ਤਾਂ ਤੁਸੀਂ ਜੇ ਵੇਚਣ ਵੀ ਤੁਰੋਗੇ ਤਾਂ ਸਾਰਾ ਕੁਝ ਕੰਪਨੀ ਵੀ ਵੇਚ ਦੋਗੇ ਤਾਂ ਤੁਹਾਨੂੰ 1000 ਰੁਪਏ ਨਹੀਂ ਮਿਲਣਾ, ਤਾਂ ਉਹ 1000 ਰੁਪਏ ਕਿੱਥੋਂ ਲੈ ਲੈਣੇ ਹੈਗੇ ਆ। ਤਾਂ ਇਹ ਪਹਿਲਾ ਆਰੋਪ ਸੀਗਾ। ਦੂਸਰਾ ਆਰੋਪ ਉਹਨਾਂ ਨੇ ਜਿਹੜਾ ਲਗਾਇਆ ਸੀ ਮਨੀ ਲਾਂਡਰਿੰਗ ਦਾ, ਔਰ 1 ਸਾਲ ਦੇ ਅੰਦਰ 5 CFO ਬਦਲਣ ਦਾ। 8 ਸਾਲ ਵਿੱਚ 5 CFO ਉਹਨਾਂ ਨੇ ਬਦਲੇ ਹੈਗੇ, ਇਹ ਦੂਸਰਾ ਆਰੋਪ ਸੀਗਾ। ਤਾਂ ਤੀਸਰਾ ਉਹਨਾਂ ਨੇ ਕਿਹਾ ਕਿ ਜਿਹੜੀ ਕੰਪਨੀ ਦੀ ਗਰੋਥ ਹੈ ਉਹ 85% ਤੋਂ ਵੀ ਜ਼ਿਆਦਾ ਹੈਗੀ, ਜਿਹੜੀ ਉਹਨਾਂ ਦੀ ਵੈਲਿਊ ਹੈਗੀ ਆ। ਜੋ ਹੀ ਮੈਂ ਗੱਲ ਕਰ ਰਹੀ ਸੀ, ਜੇ 100 ਰੁਪਏ ਆ ਤਾਂ 85% ਤੋਂ ਜ਼ਿਆਦਾ ਉਹਦੀ ਵੈਲਿਊ ਦੇ ਉੱਤੇ ਸ਼ੇਅਰ ਮਾਰਕੀਟ ਵਿੱਚ ਚਲਾ ਗਿਆ ਹੈਗਾ। ਉਹੀ ਜੇ ਲੋਕਾਂ ਨੇ ਲੈ ਲਏ ਆ ਤੇ ਜੇ ਉਹ ਵੇਚਣ ਵੀ ਤੁਰਨਗੇ ਤਾਂ ਕੰਪਨੀ ਦੀ ਤਾਂ ਕੀਮਤ ਹੀ ਹੈ ਨਹੀਂ ਉਨੀ, ਤੁਸੀਂ ਵੇਚੋਗੇ ਕਿੱਦਾਂ? ਇਹ ਬਹੁਤ ਬੜੇ ਸਵਾਲ ਸੀ। ਔਰ ਤੀਸਰਾ ਸੀਗਾ ਉਹਨਾਂ ਨੇ ਜਿਹੜਾ ਚੌਥਾ ਸਵਾਲ ਉਹਨਾਂ ਨੇ ਰੱਖਿਆ ਸੀ ਕਿ ਕੰਪਨੀ ਦੇ ਉੱਤੇ ਜਿਹੜਾ ਕਰਜ਼ਾ ਹੈਗਾ 2.20 ਲੱਖ ਕਰੋੜ ਦਾ, ਇਹਦੇ ਉੱਤੇ ਵੀ ਹਾਲੇ ਕੋਈ ਸਟੇਟਮੈਂਟ ਕੰਪਨੀ ਵੱਲੋਂ ਨਹੀਂ ਆਇਆ। ਔਰ ਆਖਰੀ ਉਹਨਾਂ ਨੇ ਇੱਕ ਐਲੀਗੇਸ਼ਨ ਲਾਇਆ ਸੀ ਕਿ ਇਹਨਾਂ ਨੇ ਮੌਰੀਸ਼ੀਅਸ ਵਿੱਚ ਆਪਣੇ ਕੁਝ ਜਿਹੜੇ ਦੋਸਤ ਹੈਗੇ ਜਾਂ ਇਹਨਾਂ ਦੇ ਫਰਮਸ ਹੈਗੇ ਕੁਝ ਖੋਲੀਆਂ ਹੈਗੇ, ਉਹਨਾਂ ਨੂੰ ਪੈਸੇ ਦਿੱਤੇ, ਉਹਨਾਂ ਦੇ ਥਰੂ ਇਹਨਾਂ ਨੇ ਸ਼ੇਅਰ ਪਰਚੇਸ ਕਰਾ ਕੇ ਸ਼ੇਅਰ ਦੀ ਵੈਲਿਊ ਇੰਨੀ ਜ਼ਿਆਦਾ ਕਰਤੀ ਕਿ ਲੋਕਾਂ ਨੇ ਦੇਖਿਆ ਕਿ ਸ਼ੇਅਰ ਵਧ ਰਿਹਾ, ਅਸੀਂ ਵੀ ਲੈ ਲਈਏ। ਉਹ ਫਿਰ ਉਹਨਾਂ ਨੇ ਖਰੀਦੇ ਵੇਚੇ। ਤਾਂ ਮਨੀ ਲਾਂਡਰਿੰਗ ਇਹ ਉਹ ਕਾਫੀ ਕੁਝ ਇਹਨਾਂ ਦੇ ਇੱਦਾਂ ਦੇ ਐਲੀਗੇਸ਼ਨ ਜਿਹੜੇ ਲੱਗੇ ਹੈਗੇ ਜਿਹਦੇ ਲਪੇਟੇ 'ਚ ਪੂਰਾ ਆਇਆ ਹੋਇਆ ਅਸਲੇ। ਓਕੇ, ਲੇਕਿਨ ਹੁਣ ਅਡਾਨੀ ਦੇਖੋ, ਅਡਾਨੀ ਨੇ ਜੋ ਕੁਝ ਵੀ ਕਿਹਾ ਕਿ ਅਸੀਂ ਵਾਚਟੈਲਿਆ ਵਾ ਜੋ ਵੀ ਏਜੰਸੀ ਉਹਨਾਂ ਨੇ ਹਾਇਰ ਕੀਤੀ ਹੈ, ਅਤੇ ਉਹ ਏਜੰਸੀ ਹੁਣ ਕੀ ਕਹਿੰਦੀ ਹੈ ਕਿ ਕੋਰਟ ਦੇ ਵਿੱਚ ਆਪਣੇ ਉਹ ਦਾਅਵੇ ਪੇਸ਼ ਕਰਦੀ ਹੈ ਕੰਪਨੀ, ਕਿਉਂਕਿ ਕੋਰਟ ਦੇ ਵਿੱਚ ਤਾਂ ਜ਼ਾਹਿਰ ਹੈ ਕਿ ਹਿੰਡਨਬਰਗ ਦੀ ਜੇ ਰਿਪੋਰਟ 'ਤੇ ਕਿਸੇ ਨੇ ਪਬਲਿਕ ਲਿਟੀਗੇਸ਼ਨ ਜਾਰੀ ਕੀਤੀ ਹੈ ਔਰ ਉਹਦੇ 'ਚ ਪਾਰਟੀ ਬਣਾਇਆ ਗਿਆ ਅਡਾਨੀ ਨੂੰ, ਅਤੇ ਅਡਾਨੀ ਜ਼ਾਹਿਰ ਹੈ ਕਿ ਉਹ ਕੁਝ ਐਸੇ ਸਬੂਤ ਵੀ ਪੇਸ਼ ਕਰਨਗੇ ਜਿਸ ਤੋਂ ਏਜੰਸੀ ਦੀ ਕੁਝ ਗੱਲਾਂ ਝੂਠ ਨਿਕਲਣਗੀਆਂ ਜਾਂ ਕੁਝ ਅਡਾਨੀ ਦੀਆਂ ਗੱਲਾਂ ਝੂਠ ਨਿਕਲਣਗੀਆਂ। ਹੋਰ ਤਾਂ ਹੁਣ ਕੋਰਟ 'ਤੇ ਹੀ ਲੋਕ ਜ਼ਿਆਦਾ ਭਰੋਸਾ ਕਰਦੇ ਆ ਔਰ ਕੋਰਟ ਨੇ ਹੀ ਇਹ ਅੱਜ ਹੁਣ ਇਸ ਗੱਲ 'ਤੇ ਕਲੈਰੀਫਿਕੇਸ਼ਨ ਦੇਣੀ ਹੈ। ਇਸ ਗੱਲ 'ਤੇ ਕੋਰਟ ਦੇ ਜਿਹੜਾ ਫੈਸਲਾ ਆਏਗਾ ਉਹ ਤੋਂ ਹੀ ਪਤਾ ਲੱਗੇਗਾ ਕਿ ਇਹ ਸਭ ਕੁਝ ਸਹੀ ਹੈ ਜਾਂ ਵਾਕਈ ਹੀ ਇੱਕ ਸਾਜ਼ਿਸ਼ ਸੀਗੀ। ਹੁਣ ਦੇਖੋ ਜੀ, ਹਿਡਨਬਰਗ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਕਿ ਇਹਨਾਂ ਦਾ ਜਿਹੜਾ ਗੁਬਾਰਾ ਇੰਨਾ ਵੱਡਾ ਹੋ ਗਿਆ ਹੈਗਾ ਕਿ ਉਹ ਤੁਹਾਡਾ ਬੈਲੂਨ ਬਣ ਗਿਆ। ਉਹਦਾ ਰੀਜ਼ਨ ਆਪਾਂ ਜਿਹੜਾ ਸ਼ੇਅਰ ਕਰੀਏ, ਜੋ ਸਾਡੇ ਕੋਲ ਡਾਟਾ ਹੈਗਾ ਕਿ ਅਡਾਨੀ ਗਰੁੱਪ ਦੇ ਕੋਲ 2019 ਵਿੱਚ 60,000 ਕਰੋੜ ਸੀਗਾ, ਤਾਂ 2021 ਤੱਕ ਆਉਂਦੇ ਉਹ 6 ਲੱਖ ਕਰੋੜ ਤੇ ਪਹੁੰਚ ਗਿਆ, ਔਰ 2022 'ਚ 7 ਲੱਖ, ਮਤਲਬ 60,000 ਕਰੋੜ ਤੋਂ 6 ਲੱਖ ਕਰੋੜ ਗਰੋਥ ਅਗਰ ਤੁਸੀਂ ਦੇਖੋਗੇ 10 ਗੁਣਾ ਹੈਗੀ ਆ। ਤਾਂ 7 ਲੱਖ ਕਰੋੜ ਇਹ ਕੋਈ ਛੋਟੀ ਮੋਟੀ ਗਰੋਥ ਨਹੀਂ, ਇੰਨੀ ਜ਼ਿਆਦਾ ਗਰੋਥ ਕੱਲੀ ਇੱਕ ਹੀ ਕੰਪਨੀ ਨੂੰ ਹੋ ਰਿਹਾ, ਬਾਕੀ ਕੋਈ
ਤੁਸੀਂ ਦੇਖ ਲਓ ਇਸ ਟਾਈਮ ਜੋ ਮਾਹੌਲ ਸੀਗਾ ਸਾਰੇ ਪਾਸੇ ਮੰਦੀ ਸੀ, ਕੋਈ ਤਰੱਕੀ ਨਹੀਂ ਕਰ ਰਿਹਾ, ਕਿਸੇ ਕੋਲ ਕਿਸੇ ਦਾ ਬਿਜ਼ਨਸ ਨਹੀਂ ਚੱਲ ਰਿਹਾ। ਤੁਸੀਂ ਕਿਹੜੀ ਵੀ ਇੰਡਸਟਰੀ ਵਿੱਚ ਚੱਲ ਜਾਓ, ਕਿਸੇ ਦੀ ਇੰਨੀ ਜ਼ਿਆਦਾ ਗਰੋਥ ਨਹੀਂ ਜਿੰਨੀ ਅਡਾਨੀ ਦੀ ਹੋ ਗਈ ਹੈ। ਤਾਂ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਆਪਾਂ ਜੋ ਇਹਨਾਂ ਦਾ ਡਾਟਾ ਇਹਨਾਂ ਨੇ ਸ਼ੋਅ ਕੀਤਾ ਹੈਗਾ ਕਿ ਇੰਨੀ ਗਰੋਥ ਕਿੱਦਾਂ ਲੈ ਗਏ ਆ। ਤੁਸੀਂ ਕਿਸੇ ਵੀ ਕੰਪਨੀ ਨੂੰ ਦੇਖੋਗੇ ਰੈਸੈਸ਼ਨ ਵਿੱਚ ਚੱਲ ਰਹੀ ਹੈ, ਕਿਉਂਕਿ ਕੋਵਿਡ 2 ਸਾਲ ਹੀ ਹੋਏ ਆ, ਔਰ 2 ਸਾਲ ਦੇ ਅੰਦਰ ਹਰ ਕੰਪਨੀ ਆਪਣਾ ਹੋਟਲ ਇੰਡਸਟਰੀ ਪੁੱਛ ਕੇ ਦੇਖ ਲਓ ਕਿ ਨੁਕਸਾਨ ਹੈ। ਸਾਡੇ ਕੋਲ ਕੋਈ ਆ ਨਹੀਂ ਰਿਹਾ, ਸਮਾਨ ਵੇਚੋ ਸਮਾਨ ਵਿਕ ਨਹੀਂ ਰਿਹਾ, ਕਿਸੇ ਦਾ ਕੋਈ ਸੇਲ ਨਹੀਂ, ਪੈਟਰੋਲ ਦੇ ਦਾਮ ਉੱਤੇ ਥੱਲੇ ਜਾ ਰਹੇ ਆ। ਮਤਲਬ ਹਰ ਚੀਜ਼ ਦਾ ਰੇਟ, ਮਹਿੰਗਾਈ ਇੰਨੀ ਵਧੀ ਹੋਈ ਹੈ ਕਿ ਲੋਕਾਂ ਦੇ ਕੋਲ ਜਿਹੜੀ ਮਨੀ ਤਾਂ ਇੰਨੀ ਹੈ ਨਹੀਂ ਕਿ ਉਹ ਬਿਜ਼ਨਸ ਵਿੱਚ ਕਿਤੇ ਵੀ ਤੁਹਾਨੂੰ ਇੰਨਾ ਪ੍ਰੋਫਿਟ ਕਿੱਥੋਂ ਆ ਰਿਹਾ ਕਿ ਇਹ 60,000 ਤੋਂ 6 ਲੱਖ ਹਜ਼ਾਰ ਕਰੋੜ ਤੇ ਪਹੁੰਚ ਗਿਆ। ਤਾਂ ਇਹ ਸਵਾਲ ਤਾਂ ਦੇਖੋ ਜੀ ਉੱਠਣੇ ਬੰਦੇ ਹੈਗੇ ਔਰ ਬਣ ਵੀ ਰਹੇ ਆ, ਤਾਂ ਹੀ ਕੰਮ ਚੱਲਦਾ ਪਿਆ। ਇਹਦੇ ਬਾਅਦ ਹੁਣ ਆਪਾਂ ਗੱਲ ਕਰਾਂਗੇ ਕੰਪਨੀਆਂ ਦੀ, ਜੋ ਇਹਨਾਂ ਦੇ ਪਰਸੈਂਟੇਜ ਸੀਗੇ, ਜਿਹੜੀ ਅਲੱਗ-ਅਲੱਗ ਕੰਪਨੀਆਂ ਹੈਗੀਆਂ ਜਿਨ੍ਹਾਂ ਵਿੱਚ ਇਹਨਾਂ ਦੀ ਸਾਰੀ ਰਿਪੋਰਟ ਆਈ ਹੈਗੀ ਆ। ਤਾਂ ਜਿਹਦੇ ਵਿੱਚ ਇਹਨਾਂ ਦੇ ਕਿੰਨੇ ਪਰਸੈਂਟੇਜ ਸ਼ੇਅਰ ਡਿਗੇ ਹੈਗੇ ਜਾਂ ਕੀ ਉਠਾ ਪਟਕ ਚੱਲੀ ਆ। ਤਾਂ ਸਭ ਨਾਲ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਡਾਨੀ ਟਰਾਂਸਮਿਸ਼ਨ ਦੀ। 24 ਤਾਰੀਖ ਨੂੰ ਰਿਪੋਰਟ ਆਈ ਸੀ ਅਡਾਨੀ ਟਰਾਂਸਮਿਸ਼ਨ ਦੀ, ਤਾਂ 27 ਜਨਵਰੀ ਨੂੰ 20% ਦੀ ਗਿਰਾਵਟ ਆਈ ਆ। ਹੋਰ ਇਹ 5 ਦਿਨਾਂ ਦੇ ਜਿਹੜੇ ਟ੍ਰੇਡਿੰਗ ਹੈਗੀ ਉਹ 'ਚ 25% ਤੱਕ ਇਹਨਾਂ ਦੇ ਸ਼ੇਅਰ ਡਿੱਗ ਗਏ ਹੈਗੇ। ਉਹਦੇ ਬਾਅਦ ਆਂਦੀ ਹੈਗੀ ਅਡਾਨੀ ਪੋਰਟਸ। ਅਡਾਨੀ ਪੋਰਟਸ ਵੀ ਇਹਨਾਂ ਦੇ ਕੋਲ ਕਾਫੀ ਤਗੜੀ ਹੈਗੀ ਹੈ, ਉਹਦੇ ਅੰਦਰ ਵੀ 15% ਦੀ ਗਿਰਾਵਟ ਆਈ ਹੈ 27 ਜਨਵਰੀ ਨੂੰ। ਹੋਰ ਪਿਛਲੇ 5 ਟ੍ਰੇਡਿੰਗ ਦੀ ਜੇ ਗੱਲ ਕਰੀਏ ਤਾਂ ਉਹ 22% ਦੀ ਗਿਰਾਵਟ ਆਂਦੀ ਹੈਗੀ ਆ। ਫਿਰ ਤੀਸਰੀ ਕੰਪਨੀ ਇਹਨਾਂ ਦੀ ਆਂਦੀ ਹੈਗਾ ਅਡਾਨੀ ਵਿਲਮਰ, ਉਹ 'ਚ 5% ਦੀ ਗਿਰਾਵਟ ਆਈ ਆ। ਤਾਂ ਟੋਟਲ 5 ਦਿਨਾਂ ਦੀ ਟ੍ਰੇਡਿੰਗ ਵਿੱਚ 7% ਦੀ ਗਿਰਾਵਟ ਆਈ ਆ। ਫਿਰ ਆਂਦਾ ਹੈਗਾ ਜੀ ਅਡਾਨੀ ਟੋਟਲ ਗੈਸ, ਉਹਦੇ ਅੰਦਰ ਬਹੁਤ ਬੜੀ ਗਿਰਾਵਟ, ਜਿੱਦਾਂ ਟਰਾਂਸਮਿਸ਼ਨ 'ਚ ਆਈ ਸੀ ਉੱਦਾਂ ਹੀ ਟੋਟਲ ਗੈਸ ਵਿੱਚ ਵੀ 20% ਦੀ ਗਿਰਾਵਟ ਆਈ ਆ। ਤਾਂ 5 ਟ੍ਰੇਡਿੰਗ ਸੈਸ਼ਨ 'ਚ 23% ਡਿੱਗਿਆ। ਫਿਰ ਇਹਨਾਂ ਦਾ ਇੱਕ ਬਹੁਤ ਬੜਾ ਤਗੜਾ ਪ੍ਰੋਜੈਕਟ ਸੀ ਗ੍ਰੀਨ ਪ੍ਰੋਜੈਕਟ, ਉਹਦੇ ਅੰਦਰ ਵੀ 20% ਦੀ ਗਿਰਾਵਟ ਆਈ ਹੈ, ਜਦਕਿ ਇਹ ਕਰੰਟ ਤਾਜ਼ਾ ਪ੍ਰੋਜੈਕਟ ਸੀ ਜਿਨ੍ਹਾਂ ਤੇ ਇਹਨਾਂ ਨੂੰ ਕਾਫੀ ਉਮੀਦਾਂ ਹੈਗੀ, ਕਿਉਂਕਿ ਆਉਣ ਵਾਲੇ ਟਾਈਮ ਇਹ ਜਿਹੜੀ ਤੁਸੀਂ ਗਿਰਾਵਟ ਦੀ ਗੱਲ ਕਰ ਰਹੇ ਇਹ ਪਿਛਲੇ ਮਹੀਨੇ ਦੀ ਹੈਗੀਆਂ 27 ਜਨਵਰੀ। ਹਾਂਜੀ ਹਾਂਜੀ। ਲੇਕਿਨ ਹੁਣ ਉਸ ਗੱਲ ਨੂੰ ਵੀ 13-14 ਦਿਨ ਹੋ ਗਏ ਨਾ, ਬਹੁਤ ਸਾਰੇ ਸ਼ੇਅਰ ਇੱਦਾਂ ਦੇ ਹੈਗੇ ਆ ਜਿਹੜੇ ਉੱਪਰ ਆ ਗਏ ਆ। ਬਹੁਤ ਸਾਰੇ ਸ਼ੇਅਰ ਜਿਹੜੇ ਹੈਗੇ ਉਹ ਉੱਪਰ ਆ ਗਏ ਇਹਨਾਂ ਦੇ ਫਿਰ ਤੋਂ, ਜਿੱਦਾਂ ਅੱਜ ਇਹਨਾਂ ਦਾ ਸ਼ੇਅਰ ਹੈਗਾ ਇੱਕ 1851 ਤੇ ਬੰਦ ਹੋਇਆ ਵਾ। ਤੇ ਕਿਉਂਕਿ ਸਵੇਰ ਤੋਂ ਹੀ ਪਹਿਲਾਂ ਇਹਨਾਂ ਦੇ 2% ਦੀ ਗਿਰਾਵਟ ਆਈ, ਫਿਰ 1% ਜਿਹੜਾ ਹੈਗਾ ਉਹ ਸ਼ੇਅਰ ਇਹਨਾਂ ਦੇ ਚੜ੍ਹੇ ਗਈ। ਤੇ ਉਹਨੂੰ ਲੈ ਕੇ ਇਹ ਸਾਰੀਆਂ ਚੀਜ਼ਾਂ ਕੰਪਨੀ, ਕਿਉਂਕਿ ਜਦੋਂ ਕੰਪਨੀ ਜਿਵੇਂ ਆਪਣਾ ਪੱਖ ਰੱਖੀ ਜਾ ਰਹੀ ਹੈ ਕੰਪਨੀ, ਜਿੱਦਾਂ ਉਹ ਕਹਿ ਰਹੀ ਕਿ ਇਹਨਾਂ ਨੇ, ਹਾਲਾਂਕਿ ਜਦੋਂ ਹਿੰਡਨਬਰਗ ਹੈਗੀ ਹੈ, ਜਦੋਂ ਅਡਾਨੀ ਨੇ ਕਿਹਾ ਕਿ ਇਹ ਜਿਹੜੀ ਰਿਪੋਰਟ ਹੈ ਇਹ ਸਿਰਫ ਭਾਰਤੀ ਵਿਕਾਸ ਦੀ ਜਿਹੜੀ ਤੇਜ਼ੀ ਹੈ ਨਾ ਉਸ ਨੂੰ ਰੋਕਣ ਵਾਸਤੇ ਇਹ ਰਿਪੋਰਟ ਪੇਸ਼ ਕੀਤੀ ਗਈ ਔਰ ਵਿਦੇਸ਼ੀ ਜਿਹੜੀ ਹੈ ਸਾਜ਼ਿਸ਼ ਹੈ। ਤੇ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਸਿਰਫ ਇੰਨਾ ਕਹਿ ਕੇ ਕਿ ਵਿਕਾਸ ਦੀ ਰੇਸ ਨੂੰ ਰੋਕਣ ਵਾਸਤੇ ਇਹ ਹੋ ਰਿਹਾ, ਉਹ ਕੰਪਨੀ ਸੱਚੀ ਨਹੀਂ ਬਣ ਸਕਦੀ ਅਡਾਨੀ। ਇਹ ਹਿੰਡਨਬਰਗ ਨੇ ਕਿਹਾ ਕਿ ਸੱਚੀ ਨਹੀਂ ਬਣ ਸਕਦੀ। ਦੇਖੋ ਇਹਦੇ 'ਚ ਇੱਕ ਗੱਲ ਹੋ ਰਿਹਾ, ਜੇ ਆਪਾਂ ਕਹੀਏ ਕਿ ਸਿਰਫ ਇੱਕ ਕੰਪਨੀ ਹੀ ਦੇਸ਼ ਦਾ ਵਿਕਾਸ ਕਰ ਰਹੀ ਹੈ ਤਾਂ ਇਹ ਵੀ ਗੱਲ ਸਹੀ ਨਹੀਂ ਹੈ ਕਿ ਇਕੱਲਾ ਇੱਕ ਬੰਦਾ ਹੀ ਪੂਰੀ ਕੰਟਰੀ ਨੂੰ ਲੈ ਕੇ ਚੱਲਿਆ ਹੋਵੇ। ਤਾਂ ਫਿਰ ਤਾਂ ਕਿਤੇ ਪਹੁੰਚ, ਅਮਰੀਕਾ ਵੀ ਪਹੁੰਚ ਜਾਵੇ। ਅਮਰੀਕਾ 'ਚ ਵੀ ਇੰਨੀ ਬੜੀ ਕੰਪਨੀਆਂ ਉਹ ਇਕੱਠੀਆਂ ਕੰਮ ਕਰ ਰਹੀਆਂ, ਸਾਰੇ ਜਣੇ ਗਰੋ ਕਰ ਰਹੇ ਤਾਂ ਹੀ ਤਰੱਕੀ ਕਰ ਰਹੀ ਹੈ। ਜੇ ਇੱਕ ਬੰਦੇ ਦੀ ਪਰਸੈਂਟੇਜ ਤੁਹਾਡੀ 70-80% ਗਰੋ ਕਰ ਰਿਹਾ ਹੈਗਾ, ਬਾਕੀ ਸਾਰੇ, ਤੁਸੀਂ ਕੋਈ ਵੀ ਬਿਜ਼ਨਸਮੈਨ ਨੂੰ ਅੱਜ ਕਿਤੇ ਵੀ ਜਾ ਕੇ ਪੁੱਛ ਲਓ ਕਿ ਤੁਹਾਡੇ ਆਪ ਪਿਛਲੇ ਸਾਲ 'ਚ ਕਿੰਨਾ ਟਰਨਓਵਰ, ਕਿੰਨਾ ਪ੍ਰੋਫਿਟ ਹੈ, ਕੋਈ ਇੰਨਾ ਬੜਾ ਲੌਂਗ ਜੰਪ ਨਹੀਂ ਹੈਗਾ ਕਿ ਤੁਸੀਂ ਡਬਲ ਟ੍ਰਿਪਲ ਜਾਂ 10 ਗੁਣਾ 40 ਗੁਣਾ 50 ਗੁਣਾ ਦੇ ਉੱਤੇ ਪਰਸੈਂਟੇਜ ਜਾਓਗੇ। ਇਹ ਕੁਐਸਚਨ ਤਾਂ ਹੈਗਾ ਜੀ, ਇਹ ਜਵਾਬ ਤਾਂ ਇਹਨਾਂ ਨੂੰ ਦੇਣਾ ਪੈਣਾ ਕਿ ਕਿੱਦਾਂ ਔਰ ਕਿਸ ਤਰੀਕੇ ਨਾਲ। ਜਾਂ ਤਾਂ ਓਵਰ ਵੈਲੂਏਸ਼ਨ ਹੋ ਗਈ ਹੈ, ਜਦ ਲੋਕਾਂ ਨੂੰ ਇੰਨਾ ਜ਼ਿਆਦਾ ਟਰਸਟ ਹੋ ਗਿਆ ਕਿ ਕੰਪਨੀ ਵਧੀਆ ਖਰੀਦ ਲਓ। ਜੇ ਖਰੀਦਣ ਵਾਲੇ ਇੰਨੇ ਜ਼ਿਆਦਾ ਆ ਗਏ, ਉਹ ਸ਼ੇਅਰ ਆਪਣੇ ਆਪ ਹੀ ਇੰਨੀ ਕੀਮਤ ਤੇ ਪਹੁੰਚ ਗਿਆ, ਜਦਕਿ ਉਹ ਜਾਣਾ ਨਹੀਂ ਸੀਗਾ। ਹੁਣ ਜੋ ਚਲਾ ਗਿਆ ਹੈਗਾ ਤਾਂ ਕਿਸੇ ਨਾ ਕਿਸੇ ਟਾਈਮ ਉਹ ਦੇਖੋ ਜੀ, ਜਿਹਨੂੰ ਵੀ ਪਤਾ ਲੱਗਿਆ ਕਿ ਇਹ ਕੰਪਨੀ ਦਾ ਜਿਹੜੀ ਐਕਚੁਅਲ ਵੈਲੂਏਸ਼ਨ ਇੰਨੀ ਨਹੀਂ ਹੈਗੀ, ਇਹ ਤੋਂ ਘੱਟ ਹੈ, ਤਾਂ ਲੋਕਾਂ ਨੇ ਪੈਸੇ ਖਿੱਚਣੇ ਸੀ, ਉਹ ਖਿੱਚ ਲਏ ਆ। ਤੇ ਇਹ ਹੁਣ ਇੱਕ ਲੈਵਲ ਤੇ ਆ ਕੇ ਜ਼ਰੂਰ ਸਟੇਬਲ ਹੋਊਗੀ ਔਰ ਉਹਦੇ ਬਾਅਦ ਇਹ ਹੌਲੀ ਫਿਰ ਦੁਬਾਰਾ ਗਰੋ ਕਰੂਗੀ। ਦੇਖੋ, ਮੈਂ ਜਦੋਂ ਕੱਲ ਕੁਝ ਅਖਬਾਰਾਂ ਨੇ ਵੀ ਇਹ ਅੰਕੜੇ ਛਾਪੇ ਹੈ ਕਿ 2008 ਤੋਂ ਲੈ ਕੇ ਔਰ 2022 ਤੱਕ ਦੇ ਅੰਕੜੇ ਜਿਹੜੇ ਉਹਨਾਂ ਨੇ ਛਾਪੇ ਆ ਅਖਬਾਰਾਂ ਨੇ। ਤੁਸੀਂ ਦੇਖੋ ਕਿ ਜੇ ਮੋਦੀ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੌਤਮ ਅਡਾਨੀ ਨੂੰ ਜੋੜਿਆ ਜਾਂਦਾ ਹੈ, ਤੇ ਗੌਤਮ ਅਡਾਨੀ ਦਾ 2008 ਦੇ ਵਿੱਚ ਕੀ ਪੋਜੀਸ਼ਨ ਸੀਗੀ ਉਹਦੀ, 2009 ਦੇ ਵਿੱਚ ਕੀ ਪੋਜੀਸ਼ਨ ਸੀ, 2010 ਦੇ ਵਿੱਚ ਕੀ ਪੋਜੀਸ਼ਨ ਸੀ, 11, 12, 13, 14, 15, 16, 17, 18, 19, 20 ਤੱਕ ਉਹ ਉਤਾਰ ਚੜਾਅ 'ਚ ਹੀ ਰਿਹਾ ਵਾ।
ਤੇ ਦੇਖੋ ਜੇ ਉਹਨੇ ਚੜ੍ਹਾ ਕਰਨਾ, ਜੇ ਉਹਨੇ ਜੰਪ ਕਰਨਾ ਸੀ ਤਾਂ ਉਹ ਤਾਂ ਜੇ 14 ਚ ਸਰਕਾਰ ਆਈ ਹੈ ਤਾਂ 2000 ਵੀ ਕਰ ਲੈਣਾ ਸੀ। ਜਿੱਦਾਂ ਤੁਸੀਂ 2009 ਕਿਹਾ, 2009 ਚ ਇਹਨਾਂ ਦੀ ਜਿਹੜੀ ਵਰਥ ਸੀ ਉਹ 15000 ਕਰੋੜ ਦੀ ਸੀ, ਤਾਂ 2019 ਚ 15 ਤੋਂ 60000 ਕਰੋੜ ਤੇ ਪਹੁੰਚੀ। ਹਾਂ, ਤੇ ਉਦੋਂ ਸਰਕਾਰ ਤਾਂ ਮੋਦੀ ਦੀ ਨਹੀਂ ਸੀ, ਬਟ ਉਸ ਲਈ ਜਿਹੜੀ ਗਰੋਥ ਹੈ ਇੰਨੀ ਜ਼ਿਆਦਾ ਨਹੀਂ ਸੀ। ਤੁਸੀਂ 15 ਤੋਂ ਜੇ ਆਪਾਂ ਜਾਂਦੇ ਹੈਗੇ, ਇਹਨਾਂ ਦੀ ਲਾਸਟ ਜਿਹੜੇ 2 ਸਾਲ ਜਿਹੜੇ 2 ਸਾਲ ਹੈ ਨਾ, 2 ਸਾਲ ਦੇ ਵਿੱਚ ਜੰਪ ਕੀਤੀ ਹੈ ਇਹਨਾਂ ਦੀ ਮੋਦੀ ਸਰਕਾਰ ਨੇ। ਬਟ ਸਵਾਲ ਇਦਾਂ ਰਿਹਾ ਨਾ ਕਿ ਪੂਰੀ ਵਰਲਡ ਵਾਈਡ ਰਿਸੈਸ਼ਨ ਚੱਲ ਰਿਹਾ ਹੈਗਾ, ਕਿਸੇ ਵੀ ਕੰਪਨੀ ਦੀ ਗਰੋਥ ਇੰਨੀ ਨਹੀਂ ਹੋ ਰਹੀ ਹੈ ਕਿ ਚਾਹੇ ਐਪਲ ਹੈਗੀ ਜਾਂ ਸੈਮਸੰਗ ਹੈਗੀ ਆ, ਤੁਸੀਂ ਕਾਰ ਜਾਂ ਕੋਈ ਵੀ ਇੰਡਸਟਰੀ ਲੈ ਲਓ, ਕਿਸੇ 'ਚ ਵੀ ਇੰਨੀ ਗਰੋਥ ਨਹੀਂ। ਤੇ ਇਹ ਕਿੱਦਾਂ ਪਰਟੀਕੂਲਰ ਉਸ ਸੈਕਟਰ, ਕਿਹੜੇ ਸੈਕਟਰ 'ਚ ਲੈ ਕੇ ਇੰਨਾ ਰਾਕਟ ਲੈ ਕੇ ਚੱਲੇ ਹੋਏ ਕਿ ਇਹਨਾਂ ਦੇ ਇੰਨਾ ਪੈਸਾ ਆਈ ਜਾ ਰਿਹਾ। ਈਵਨ ਅੰਬਾਨੀ ਦੀ ਕੰਪਨੀ ਵੀ ਇੰਨਾ ਗਰੋ ਨਹੀਂ ਕੀਤੀ, ਜਿਹੜੀ ਆਲਰੇਡੀ ਉਹ ਵੀ ਕਾਫੀ ਤਗੜੀ ਕੰਪਨੀ ਹੈਗੀ ਆ, ਬਟ ਉਹਨਾਂ ਦੇ ਡਾਟਾ ਇਦਾਂ ਦਾ ਨਹੀਂ ਆਇਆ ਕਿ ਕੋਈ ਹਿਡਨਬਰਗ ਨੇ ਉਹਨਾਂ ਤੇ ਸਵਾਲ ਚੱਕਿਆ ਕਿ ਅੰਬਾਨੀ ਵੀ ਇਦਾਂ ਦਾ ਕੰਮ ਕਰ ਰਿਹਾ, ਕਿਉਂਕਿ ਉਹਨਾਂ ਦਾ ਐਕਚੁਅਲ 'ਚ ਚੱਲਦਾ ਪਿਆ। ਤੁਸੀਂ ਦੇਖ ਲਓ ਮੋਬਾਈਲ 'ਚ ਜੇ 10 ਮਿਲੀਅਨ ਯੂਜ਼ਰ ਹੈ ਤਾਂ ਇਸ ਲਈ ਉਹ ਨੰਬਰ 1 ਤੇ ਆ, ਪੂਰਾ ਕੰਟਰੋਲ ਹੈਗਾ, ਤਾਂ ਉਹ ਪੈਕੇਜ ਵੀ ਚਲਾ ਰਿਹਾ, ਆਫਰ ਵੀ ਕੱਢਦੇ, ਲੋਕਾਂ ਨੂੰ ਸਰਵਿਸ ਵੀ ਪ੍ਰੋਵਾਈਡ ਕਰ ਰਿਹਾ, ਲੋਕਾਂ ਨੂੰ ਉਹਨਾਂ ਤੇ ਟਰਸਟ ਹੈਗਾ, ਉਹਨਾਂ ਦੇ ਸ਼ੇਅਰ ਨਹੀਂ ਡਿੱਗ ਰਹੇ। ਬਟ ਕੱਲ ਜੇ ਲੱਗੂਗਾ ਕਿ ਅੰਬਾਨੀ ਵੀ ਇਦਾਂ ਦਾ ਕੋਈ ਕੰਮ ਕਰ ਰਿਹਾ ਹੈਗਾ ਤਾਂ ਲੋਕੀ ਉਹ 'ਚ ਵੀ ਸ਼ੇਅਰ 'ਚੋਂ ਪੈਸਾ ਕੱਢਣਗੇ। ਬਟ ਅਡਾਨੀ ਤੇ ਹੀ ਇਹ ਹਮਲਾ ਇੱਕ ਹੋਇਆ, ਟਾਰਗੇਟ ਤੇ ਨਹੀਂ ਕਹਿ ਸਕਦੇ, ਬਟ ਚਲੋ ਹੈਗਾ, ਇਨਵੈਸਟੀਗੇਸ਼ਨ ਦਾ ਮਸਲਾ ਹੈਗਾ। ਇਹ ਅਡਾਨੀ ਨੂੰ ਆਪਣਾ ਇੱਕ ਪ੍ਰੂਵ ਕਰਨਾ ਪਊਗਾ ਕਿ ਜੋ ਵੀ ਅਸੀਂ ਕਰ ਰਹੇ ਹੈਗੇ ਆ, ਸਾਡੇ ਜੋ ਇਨਵੈਸਟਮੈਂਟ ਹੈਗੀ ਹੈ ਜਾਂ ਜੋ ਵੀ ਹੈਗਾ, ਸਾਡਾ ਸਹੀ ਤਰੀਕੇ ਨਾਲ ਕਾਨੂੰਨ ਅਸੀਂ ਫੋਲੋ ਕਰ ਰਹੇ ਹੈਗੇ। ਇਹ ਲੋਕਾਂ 'ਚ ਟਰਸਟ ਬਣਾਉਣਾ ਪਊਗਾ। ਜੇ ਟਰਸਟ ਨਹੀਂ ਬਣਾਉਂਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਉੱਪਰ ਜਾਓਗੇ, ਨੀਚੇ ਹੀ ਆਊਗਾ ਡਾਟਾ। ਤੇ ਆਖਿਰ ਦੇ ਵਿੱਚ ਆਪਾਂ ਇਹ ਕਹਿੰਦੇ ਆ ਕਿ ਜਿਹੜੀ ਅੱਜ ਸੁਪਰੀਮ ਕੋਰਟ 'ਤੇ ਸੁਣਵਾਈ ਹੋਣੀ, ਹਜੇ ਤੱਕ ਤਾਂ ਹੋਈ ਨਹੀਂ ਸੀ ਜਦ ਤੱਕ ਆਪਣਾ ਚਰਚਾ ਸ਼ੁਰੂ ਹੋਇਆ, ਤੇ ਜਿਹੜੀ ਸੁਣਵਾਈ ਹੋਣੀ ਹੈ ਉਹਦੇ ਵਿੱਚ ਜੇ ਚੀਫ ਜਸਟਿਸ ਹੈਗੇ ਆ, ਜੇ ਵਾਕਈ ਉਹਨਾਂ ਦੀ ਬੈਂਚ ਇਸ ਲਿਟੀਗੇਸ਼ਨ ਦੀ ਸੁਣਵਾਈ ਕਰਦੀ ਹੈ, ਤੇ ਉਦੋਂ ਹੀ ਐਕਚੁਅਲੀ ਜਿਹੜੀ ਸੁਣਵਾਈ ਤੋਂ ਬਾਅਦ ਜੋ ਫੈਸਲਾ ਆਣਾ ਕੋਰਟ ਦਾ, ਉਹਦੇ ਤੇ ਹੀ ਲੋਕ ਤਕਰੀਬਨ ਯਕੀਨ ਕਰਨਗੇ। ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਜਿਹੜੀ ਵਿਰੋਧੀ ਧਿਰ ਹੈ ਔਰ ਸੱਤਾ ਪੱਖ ਜਿਹੜੀ ਹੈਗੀ, ਇਹਨਾਂ 'ਚ ਨੋਕ ਝੋਕ ਚੱਲਦੀ ਰਹਿੰਦੀ ਹੈ। ਔਰ ਜਿੱਦਾਂ ਰਾਹੁਲ ਗਾਂਧੀ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ, ਕੱਲੀ ਚੀਜ਼ਾਂ ਕੱਢ ਕੇ ਦਿਖਾਈਆਂ ਉਹਨਾਂ ਨੇ, ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਜਵਾਬ ਦਿੱਤੇ। ਪਹਿਲਾਂ ਉਹ ਮੇਜ਼ ਥਪਥਪਾ ਰਹੇ ਸੀਗੇ ਜਿਹੜੇ ਵਿਰੋਧੀ ਧਿਰ 'ਚ ਬੈਠੇ ਬੰਦੇ ਆ, ਤੇ ਬਾਅਦ 'ਚ ਜਦੋਂ ਮੋਦੀ ਬੋਲ ਰਹੇ ਸੀਗੇ ਤਾਂ ਸੱਤਾ ਪੱਖ ਮੇਜ਼ ਥਪਥਪਾ ਰਹੀ ਸੀ। ਇਹ ਤਾਂ ਸਿਰਫ ਇੱਕ ਵਾਹਵਾਹੀ ਦਾ ਆਪਾਂ ਕਹਿ ਸਕਦੇ ਹਾਂ। ਇਹ ਤਾਂ ਚਲੋ ਉਹਨਾਂ ਦੇ ਪਰਸਨਲ ਹੈਗੇ, ਬਟ ਦੇਖੋ ਜਿੱਥੇ ਲੋਕਾਂ ਦਾ ਪੈਸਾ ਲੱਗਿਆ, ਜਿਹੜੀ ਅੱਜ ਇਹਨਾਂ ਨੇ ਕਮੇਟੀ ਬਿਠਾਣੀ ਹੈ, ਜੋ ਵੀ ਹੈਗਾ ਉਹਦਾ ਰਿਜ਼ਲਟ ਆਪਾਂ ਨੂੰ ਇੱਕ ਦਿਨ 'ਚ ਨਹੀਂ ਮਿਲੂਗਾ, ਕਿਉਂਕਿ ਅਡਾਨੀ ਕੋਈ ਛੋਟਾ-ਮੋਟਾ ਗਰੁੱਪ ਨਹੀਂ ਹੈ। ਉਹਨਾਂ ਦੇ 20-25 ਅਲੱਗ-ਅਲੱਗ ਕੰਪਨੀਆਂ ਹੈਗੀਆਂ, ਔਰ ਹਰੇਕ ਕੰਪਨੀ ਦਾ ਤੁਸੀਂ ਆਡਿਟ ਜੇ ਉਹ ਸਾਰਾ ਕੁਝ ਕਰਨਾ ਸ਼ੁਰੂ ਕਰੋਗੇ, ਖਾਤੇ ਵੀ ਚੈੱਕ ਕਰਨ ਨੂੰ ਬਹੁਤ ਟਾਈਮ ਲੱਗਦਾ ਹੈਗਾ, ਤੇ ਇਹ ਰਿਪੋਰਟ ਕੋਈ ਇੰਨੀ ਛੇਤੀ ਨਹੀਂ ਆਉਣ ਵਾਲੀ ਹੈ। ਹੋ ਸਕਦਾ 6 ਮਹੀਨੇ ਜਾਂ ਸਾਲ ਦੇ ਐਂਡ ਤੱਕ ਤੁਹਾਨੂੰ ਇਦਾਂ ਦੀ ਕੋਈ ਰਿਪੋਰਟ ਮਿਲੂਗੀ, ਬਟ ਉਹਨਾਂ ਚਿਰ ਫਿਲਹਾਲ ਤਾਂ ਇਹ ਥੋੜਾ ਠੰਡੇ ਬਸਤੇ 'ਚ ਹੀ ਰਹਿਣਾ ਹੈਗਾ। ਇਨ ਬਿਟਵੀਨ ਅਗਰ ਕੋਈ ਹੋਰ ਕੋਈ ਇਦਾਂ ਦੀ ਖਬਰ ਆ ਗਈ ਇਹਨਾਂ ਦੇ ਅਗੇਂਸਟ, ਇਹ ਅਡਾਨੀ ਵਾਸਤੇ ਕਾਫੀ ਮੁਸ਼ਕਿਲ ਸਮਾਂ ਰਹੂਗਾ। ਜੇ ਕੋਈ ਪੋਜ਼ਿਟਿਵ ਗੱਲਾਂ ਆਉਂਦੀਆਂ ਤਾਂ ਦੇਖੋ ਸ਼ੇਅਰ ਆਪਣੇ ਉੱਠ ਰਿਹਾ, ਲੋਕਾਂ ਨੂੰ ਜਦੋਂ ਟਰਸਟ ਬਣੂਗਾ ਤਾਂ ਉੱਪਰ ਜਾਊਗਾ। ਜੇ ਟਰਸਟ ਨਹੀਂ ਬਣ ਰਿਹਾ ਹੈਗਾ, ਫਿਰ ਤੁਸੀਂ ਜਿੰਨਾ ਮਰਜ਼ੀ ਲੋਕਾਂ ਨੂੰ ਵਿਸ਼ਵਾਸ ਕਰਾ ਲਓ, ਸੇਬੀ ਕਹਿ ਲਵੇ, ਜੋ ਮਰਜ਼ੀ ਕਹਿ ਲਵੇ, ਜਦੋਂ ਲੋਕਾਂ ਨੂੰ ਟਰਸਟ ਨਹੀਂ ਹੈਗਾ ਤਾਂ ਉਹ ਚੀਜ਼ ਉੱਪਰ ਨਹੀਂ ਜਾਊਗੀ। ਠੀਕ ਹੈ ਤਜਿੰਦਰ ਜੀ, ਆਪਾਂ ਅੱਜ ਇਸ ਮੁੱਦੇ ਤੇ ਚਰਚਾ ਕੀਤੀ ਹੈ, ਤੇ ਅੱਗੇ ਫਿਰ ਦੇਖਾਂਗੇ ਇਹ ਊਂਟ ਕਿਸ ਕਰਵਟ ਬੈਠਦਾ ਹੈ ਇਸ ਮਾਮਲੇ 'ਚ। ਦੇਖਾਂਗੇ 2-4 ਦਿਨ, 5 ਦਿਨ, 10 ਦਿਨ ਬਾਅਦ, ਜਾਂ ਜਦੋਂ ਕੁਝ ਬਦਲਾਵ ਇਸ ਮਾਮਲੇ ਦੇ ਵਿੱਚ ਆਇਆ ਤਾਂ ਫਿਰ ਤੋਂ ਅੱਜ ਦਾ ਮੁੱਦਾ ਦੇ ਵਿੱਚ ਇਸ ਨੂੰ ਸ਼ਾਮਲ ਕਰਾਂਗੇ। ਤੇ ਅੱਜ ਦੇ ਮੁੱਦੇ ਨੂੰ ਇੱਥੇ ਆਪਾਂ ਵਿਰਾਮ ਦਿੰਦੇ ਹਾਂ, ਤੇ ਫਿਰ ਅਸੀਂ ਫਿਰ ਮਿਲਾਂਗੇ ਆਪਣੇ ਦਰਸ਼ਕਾਂ ਨੂੰ ਅਜਿਹਾ ਹੀ ਕੋਈ ਮੁੱਦਾ ਲੈ ਕੇ। ਹੁਣ ਇਜਾਜ਼ਤ ਦਿਓ, ਧੰਨਵਾਦ।